ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਨ, ਨਾਗ ਨਿਵਾਸਾਂ ਦੇ ਰਹਿਣਾ। ਸੂਰ ਸਰਾਹੀ ਖੰਜਰ ਪਿਆਲਾ, ਬੈਂਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਬਾਹੁ ਪ੍ਰਗਟਿਓ ਮਰਦੇ ਅਗੰਮੜਾ, ਵਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਪਾਵਨ ਪਵਿੱਤਰ ਦਰਬਾਰ ਦੇ ਅੰਦਰ ਸਜ ਕੇ ਕਲਗੀਧਰ ਜੀ ਦੇ ਜਿਗਰ ਦੇ ਟੋਟੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਆਪਾਂ ਇਕੱਤਰ ਹੋ ਕੇ ਬੈਠੇ ਹਾਂ। ਦੇਖੋ, ਜ਼ਿੰਦਗੀ ਦਾ ਇੱਕ ਇੱਕ ਪਲ ਬੜਾ ਹੀ ਕੀਮਤੀ ਹੁੰਦਾ। ਸਵਾਸ ਸਵਾਸ ਬੜੇ ਹੀ ਅਨਮੋਲ ਹੁੰਦੇ ਨੇ ਸੰਗਤ ਜੀ, ਕਿਉਂਕਿ ਛਿਨ ਛਿਨ ਕਰਕੇ ਜ਼ਿੰਦਗੀ ਬਣਦੀ ਆ। ਪਰ ਜਦੋਂ ਆਪਾਂ ਗੁਰੂ ਸਾਹਿਬਾਨ ਦੇ ਕੋਲ ਆ ਕੇ ਸਜਦੇ ਹਨ, ਉਦੋਂ ਇਹ ਜਿਹੜੇ ਸਵਾਸ ਨੇ ਹੋਰ ਵੀ ਕੀਮਤੀ ਹੋ ਜਾਂਦੇ ਨੇ, ਕਿਉਂਕਿ ਇੱਥੇ ਬੈਠ ਕੇ ਕੁਝ ਇਹੋ ਜਿਹਾ ਸਿੱਖਣ ਨੂੰ ਮਿਲਦਾ ਜਿਹਨੂੰ ਜ਼ਿੰਦਗੀ 'ਚ ਆਪਾਂ ਕਮਾ ਕੇ ਜ਼ਿੰਦਗੀ ਨੂੰ ਅੰਦਰੋਂ ਵੀ ਤੇ ਬਾਹਰੋਂ ਵੀ ਸੋਹਣੀ ਬਣਾ ਸਕਦੇ ਹਾਂ। ਗੁਰ ਇਤਿਹਾਸ ਦੀ ਸਾਂਝ ਪਾਈਏ। ਉਸ ਤੋਂ ਪ੍ਰਥਮ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਜੀ ਨੇ ਆਪਣੇ ਤੇ ਤਰਸ ਕੀਤਾ ਹੈ, ਮਿਹਰਾਂ ਕੀਤੀਆਂ ਨੇ। ਪਰਸੋਂ ਦਿਨ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਅਖੰਡ ਜਾਪ ਆਰੰਭ ਹੋਏ, ਜਿਨ੍ਹਾਂ ਦੀ ਸਮਾਪਤੀ ਤੋਂ ਉਪਰੰਤ ਆਪ ਨੇ ਗੁਰੂ ਕੇ ਪਿਆਰਿਆਂ ਦੇ ਪਾਸੋਂ ਬਹੁਤ ਹੀ ਬੈਰਾਗਮਈ ਕੀਰਤਨ ਸਰਵਣ ਕੀਤਾ ਹੈ।
ਹੁਣ ਆਪਾਂ ਗੁਰ ਇਤਿਹਾਸ ਦੀ ਕਥਾ ਨੂੰ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਇਕੱਤਰ ਹੋਏ ਹਾਂ। ਸੋ ਆਓ ਗੁਰੂ ਪਿਆਰੀ ਸੰਗਤ ਜੀ, ਮਨ ਤੇ ਬਿਰਤੀਆਂ ਨੂੰ ਇਕਾਗਰ ਕਰਕੇ ਉਹਨਾਂ ਸਿੰਘਾਂ ਦੀ ਯਾਦ ਵਿੱਚ ਕਲਗੀਧਰ ਜੀ ਦੇ ਲਾਲ, ਉਹਨਾਂ ਦੇ ਪਿਆਰ ਵਿੱਚ ਆ ਕੇ ਇੱਕ ਮਨ ਇੱਕ ਚਿੱਤ ਹੋ ਕੇ ਇਕਾਗਰਤਾ ਸਹਿਤ ਇਤਿਹਾਸ ਨੂੰ ਆਓ ਸ਼ੁਰੂ ਕਰਦੇ ਹਾਂ। ਦੇਖੋ ਗੁਰੂ ਪਿਆਰੀ ਸੰਗਤ ਜੀ, ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਰੇ ਜਾਏ ਮਨੁੱਖ। ਦੁੱਖ ਤੇ ਸੁੱਖ ਜਿਹੜੇ ਹੁੰਦੇ ਨੇ, ਗੁਰਬਾਣੀ ਕਹਿੰਦੀ ਇਹ ਅਨਿੱਤ ਹੁੰਦੇ ਨੇ। ਕਦੇ ਆਪਣੇ ਘਰਾਂ ਦੇ ਵਿੱਚ ਆਪਾਂ ਦੇਖਿਆ ਦੁੱਖ ਹੁੰਦਾ ਤੇ ਕਦੇ ਸੁੱਖ ਹੁੰਦਾ। ਇਹ ਅਨਿੱਤ ਨੇ। ਖੁਸ਼ੀਆਂ ਵੀ ਸਦਾ ਨਹੀਂ ਹੁੰਦੀਆਂ ਤੇ ਗਮੀਆਂ ਵੀ ਸਦਾ ਨਹੀਂ ਹੁੰਦੀਆਂ। ਹਾਸੇ ਵੀ ਸਦਾ ਨਹੀਂ ਹੁੰਦੇ, ਰੋਣੇ ਵੀ ਕਦੇ ਸਦਾ ਨਹੀਂ ਹੁੰਦੇ। ਇੱਕ ਚੀਜ਼ ਆ ਜਿਹੜੀ ਸਦਾ ਰਹਿੰਦੀ ਆ, ਗੁਰਬਾਣੀ ਕਹਿੰਦੀ ਉਹ ਹੈ ਧਰਮ ਨੂੰ ਧਰਮ ਕਿਹਾ ਜਾਂਦਾ। ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਮੂਲ ਉਪਦੇਸ਼ ਹੈ ਨਾ, ਵੀ ਲਾਲ ਕਲਗੀਧਰ ਜੀ ਦੇ ਕਿਉਂ ਉਡੋਲ ਰਹੇ, ਸਿੰਘ ਕਿਉਂ ਉਡੋਲ ਰਹੇ, ਡੋਲੇ ਨਹੀਂ, ਮਾਵਾਂ ਕਿਉਂ ਨਹੀਂ ਡੋਲੀਆਂ। ਇਹ ਕੀ ਕਾਰਨ ਆ? ਕਿਉਂਕਿ ਉਹਨਾਂ ਨੂੰ ਸਮਝ ਲੱਗ ਗਈ ਸੀ ਦੁੱਖ ਸਦਾ ਵਾਸਤੇ ਨਹੀਂ ਹੁੰਦਾ, ਸੁੱਖ ਸਦਾ ਵਾਸਤੇ ਨਹੀਂ ਹੁੰਦਾ, ਧਰਮ ਸਦਾ ਵਾਸਤੇ ਹੁੰਦਾ ਵਾ। ਤੇ ਐਸੇ ਧਰਮ ਦੀ ਖਾਤਰ ਕੁਰਬਾਨੀ ਦੇਣੀ ਮਹਾਨ ਆ। ਦੁੱਖ ਤੇ ਸੁੱਖ ਦੇ ਪਿੱਛੇ ਲੱਗ ਕੇ ਧਰਮ ਨੂੰ ਭੁੱਲ ਜਾਣਾ ਗੁਨਾਹ ਹੈ, ਪਾਪ ਆ। ਇਹ ਕਲਗੀਧਰ ਜੀ ਨੇ ਮੂਲ ਉਪਦੇਸ਼ ਦਿੱਤਾ। ਨੰਦਾਂ ਦੀ ਪੁਰੀ ਬਹੁਤ ਹੀ ਸੋਹਣੀ ਸੀ। ਆਨੰਦਪੁਰ ਸਾਹਿਬ ਬੜਾ ਸੁਹਾਵਣਾ ਸੀ। ਸਤਿਗੁਰ ਦੇ ਜਿਗਰ ਦੇ ਟੋਟੇ ਉੱਥੇ ਖੇਡਦੇ ਸਨ। ਭਾਈ ਚੌਪਾ ਸਿੰਘ ਜੀ ਘੋੜਾ ਬਣ ਕੇ ਨਾ ਬਾਬਾ ਫਤਿਹ ਸਿੰਘ ਜੀ ਨੂੰ ਹੂਟੇ ਦਿੰਦੇ ਹੁੰਦੇ ਸੀ। ਬਹੁਤ ਖੁਸ਼ੀਆਂ ਸੀ ਉੱਥੇ। ਤੁਰਕਾਂ ਤੋਂ ਇਹ ਕਲਗੀਧਰ ਜੀ ਦੀ ਚੜ੍ਹਦੀ ਕਲਾ ਜਿਹੜੀ ਜਰੀ ਨਹੀਂ ਗਈ। ਉਹਨਾਂ ਨੇ ਝੂਠੀਆਂ ਕਸਮਾਂ ਖਾਧੀਆਂ ਆਪਦੀ ਮੁਕੱਦਸ ਕਿਤਾਬ ਦੀਆਂ, ਜਿਹਨੂੰ ਕੁਰਾਨ ਸ਼ਰੀਫ ਕਰਕੇ ਕਹਿੰਦੇ ਨੇ। ਪਹਾੜੀ ਰਾਜਿਆਂ ਨੇ, ਜਿਹਨੂੰ ਮਾਤਾ ਮੰਨਦੇ ਨੇ, ਗਊ ਮਾਤਾ ਕਹਿੰਦੇ ਨੇ, ਉਹਦੀ ਝੂਠੀ ਸਹੁੰ ਖਾਧੀ। ਆਨੰਦਪੁਰ ਦਾ ਕਿਲ੍ਹਾ ਖਾਲੀ ਹੋਇਆ, ਸਰਸਾ ਨਦੀ ਤੇ ਵਿਛੋੜਾ ਪਿਆ ਪਰਿਵਾਰ ਦਾ, ਆਪ ਜੀ ਸਭ ਜਾਣਦੇ ਹੋ। ਉੱਥੋਂ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ 7 ਸਾਲ ਤੇ 9 ਸਾਲ ਦੀ ਉਹਨਾਂ ਦੀ ਆਯੂ। ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਗੰਗੂ ਦੇ ਨਾਲ ਉਹਨਾਂ ਦੇ ਪਿੰਡ ਖੇੜੀ ਆ ਗਏ, ਜਿਹਦਾ ਹੁਣ ਨਾਮ ਬਦਲ ਕੇ ਸਹੇੜੀ ਰੱਖ ਦਿੱਤਾ। ਕਿਉਂਕਿ ਪਿੰਡਾਂ ਦੇ ਨਾਮ ਬਦਲਦੇ ਨੇ ਨਾ, ਤੇ ਪਹਿਲਾ ਨਾਮ ਉਹਦਾ ਖੇੜੀ ਸੀ। ਉੱਥੇ ਆ ਗਏ ਮਾਤਾ ਸਾਹਿਬ ਦੇਵਾ ਜੀ, ਮਾਤਾ ਸੁੰਦਰ ਕੌਰ ਜੀ, ਭਾਈ ਮਣੀ ਸਿੰਘ ਜੀ, ਇਹ ਦਿੱਲੀ ਵੱਲ ਚਲੇ ਗਏ। ਕਲਗੀਧਰ ਪਾਤਸ਼ਾਹ ਜੀ, ਉਹਨਾਂ ਦੇ ਨਾਲ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੋਰਾਵਰ ਸਿੰਘ ਜੀ ਤੇ ਨਾਲ ਕੁਝ ਸਿੰਘ, ਜਿਨ੍ਹਾਂ ਦੀ ਲਗਭਗ ਗਿਣਤੀ 40 ਦੇ ਕਰੀਬ ਸੀ, ਉਹ ਚਮਕੌਰ ਦੀ ਇੱਕ ਕੱਚੀ ਗੜੀ ਵਿੱਚ ਆ ਕੇ ਠਹਿਰ ਗਏ। ਤੁਰਕ ਪਿੱਛਾ ਕਰਦੇ ਕਰਦੇ ਆ ਕੇ ਉੱਥੇ ਜਦੋਂ ਪਹੁੰਚੇ ਨੇ, ਜਦੋਂ ਕਲਗੀਧਰ ਜੀ ਪਹੁੰਚੇ ਨਾ ਉੱਥੇ ਚਮਕੌਰ ਦੀ ਗੜੀ ਵਿੱਚ, ਤੇ ਬੜੀਆਂ ਨੀਝਾਂ ਲਾ ਕੇ ਉਹਨਾਂ ਨੇ ਤੱਕਿਆ ਚਮਕੌਰ ਦੀ ਗੜੀ ਨੂੰ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਮਹਾਰਾਜ ਤੁਹਾਡੇ ਨਾਲ ਬਹੁਤ ਜਗ੍ਹਾ ਤੇ ਗਏ ਆ, ਇੰਨੀ ਨੀਝ ਲਾ ਕੇ ਤੁਸੀਂ ਕਿਸੇ ਜਗ੍ਹਾ ਨੂੰ ਤੱਕਿਆ ਨਹੀਂ ਅੱਜ ਤੱਕ, ਕੀ ਕਾਰਨ ਆ? ਵੀ ਆਪਾਂ ਕਿਸੇ ਜਗ੍ਹਾ ਨੂੰ ਇਉਂ ਦੇਖੀਏ ਵੀ ਹੁਣ ਬਸ ਇਹ ਸਾਡੀ ਹੀ ਆ, ਜਿਵੇਂ ਇੱਕ ਮਾਂ ਦੇਖਦੀ ਆ ਨਾ ਨਵ ਜੰਮੇ ਪੁੱਤ ਨੂੰ, ਬਿਲਕੁਲ ਇਵੇਂ ਦੇਖਿਆ। ਭਾਈ ਦਇਆ ਸਿੰਘ ਜੀ ਕਹਿੰਦੇ, ਮਹਾਰਾਜ ਕਿਉਂ ਇਦਾਂ ਦੇਖ ਰਹੇ ਹੋ? ਤਾਂ ਅੱਲਾ ਯਾਰ ਖਾਂ ਜੋਗੀ, ਆਪਾਂ ਸਾਰੇ ਪ੍ਰਕਰਨ ਉਹਨਾਂ ਦੇ ਲੈਣੇ ਆ, ਕਿਉਂਕਿ ਸਭ ਤੋਂ ਸੋਹਣਾ ਇਤਿਹਾਸ ਉਹਨਾਂ ਨੇ ਸ਼ਾਇਰੀ ਅੰਦਾਜ਼ ਵਿੱਚ ਪੇਸ਼ ਕੀਤਾ। 2 ਕਿਤਾਬਾਂ ਉਹਨਾਂ ਦੀਆਂ ਨੇ, ਸ਼ਹੀਦਾਂ ਨੇ ਵਫਾ ਤੇ ਗੰਜ ਸ਼ਹੀਦਾਂ।
ਉਹਦੇ ਵਿੱਚੋਂ ਆਪਾਂ ਸਾਰੇ ਪ੍ਰਕਰਨ ਸਾਂਝੇ ਕਰਾਂਗੇ, ਕਿਉਂਕਿ ਇਹਦੇ ਨਾਲ ਜਿਹੜੀ ਸਾਰੀ ਸਪਸ਼ਟਤਾ ਆ ਜਾਵੇਗੀ ਇਤਿਹਾਸ ਵਿੱਚ। ਜਦੋਂ ਮਹਾਰਾਜ ਜੀ ਨੂੰ ਪੁੱਛਿਆ ਵੀ ਕਿਉਂ ਦੇਖ ਰਹੇ ਹੋ, ਮਹਾਰਾਜ ਕਹਿੰਦੇ ਜਿਸ ਖਿੱਤੇ ਮੇਂ ਜਾਣਾ ਹਮ ਕਹਤੇ ਥੇ ਜੇ ਵਹੀ ਹੈ। ਇਹ ਜਗ੍ਹਾ ਉਹੀ ਆ ਜਿੱਥੇ ਅਸੀਂ ਕਹਿੰਦੇ ਹੁੰਦੇ ਸੀ ਜਾਣਾ ਜਾਣਾ, ਅੱਜ ਆ ਗਏ ਹਾਂ ਉੱਥੇ। ਕੱਲ ਲੁੱਟ ਕੇ ਹੈ ਜਿਸ ਜਗ੍ਹਾ ਸੇ ਜਾਣਾ ਜੇ ਵਹੀ ਹੈ। ਇਹ ਉਹੀ ਜਗ੍ਹਾ ਜਿੱਥੋਂ ਕੱਲ ਨੂੰ ਮੈਂ ਲੁੱਟ ਕੇ ਚਲਿਆ ਜਾਣਾ। ਵੀ ਮੇਰੇ ਕੋਲ ਸਿੰਘ ਪਿਆਰੇ ਨਹੀਂ ਹੋਣੇ, ਮੇਰੇ ਲਾਲ ਨਹੀਂ ਹੋਣੇ, ਮੇਰੇ ਵਫਾਦਾਰ ਮੇਰੇ यार नहीं होने। जिस जगह पे है भाई दया सिंह बच्चों को कटाना जे वही है। मिट्टी कह देती है टिकाना जे वही है। कहते आ मिट्टी दसी जाती है भी उही टिकाना है जिथे कल नूं सिंह नहीं होने, वफादार नहीं होने, साडे लाडले दुलारे नहीं होने। ये उही आ। तुरक ਜਿਹੜੇ ਸਨ ਜਫਰਨਾਮਾ ਦੱਸਦਾ ਵੀ 10 ਲੱਖ ਫੌਜ ਸੀ ਉਹਨਾਂ ਦੀ, 10 ਲੱਖ ਦੇ ਕਰੀਬ ਫੌਜ ਸੀ। ਪਿੱਛਾ ਕਰਦੀ ਕਰਦੀ ਮਹਾਰਾਜ ਦੀ ਚਮਕੌਰ ਦੀ ਗੜੀ ਵਿੱਚ ਆ ਗਏ ਉਹ, ਤੇ ਚਮਕੌਰ ਦੀ ਗੜੀ ਥੋੜੀ ਉੱਚੀ ਬਣੀ ਹੋਈ ਸੀ ਤੇ ਉਹਨਾਂ ਨੇ ਆ ਕੇ ਘੇਰਾ ਪਾ ਲਿਆ ਤੇ ਉੱਥੇ 10 ਲੱਖ ਫੌਜ ਨੇ ਆਪਦੇ ਤੰਬੂ ਲਾ ਲਏ, ਡੇਰਾ ਲਾ ਲਿਆ। ਉਹਨਾਂ ਨੂੰ ਪਤਾ ਸੀ ਵੀ ਅੰਦਰ ਜਿਹੜੇ ਸਿੰਘ ਨੇ ਉਹਨਾਂ ਦੀ ਗਿਣਤੀ ਆ ਜਿਹੜੀ ਜ਼ਿਆਦਾ ਨਹੀਂ ਹੋ ਸਕਦੀ, ਪਰ ਜਦੋਂ ਜਕਾਰਿਆਂ ਦੀ ਗੂੰਜ ਸੁਣਦੇ ਉਦੋਂ ਉਹਨਾਂ ਨੂੰ ਭੁਲੇਖਾ ਪੈਂਦਾ ਸੀ ਵੀ ਬਹੁਤ ਹੋਣਗੇ। ਹਾਲਾਂਕਿ ਉਹ 40 ਸਨ, ਉਹਨਾਂ ਵਿੱਚ ਇੰਨਾ ਜੋਸ਼ ਸੀ ਤੇ ਉਹ ਕੰਬ ਜਾਂਦੇ ਸਨ ਜਦੋਂ ਜਕਾਰੇ ਲਾਉਂਦੇ ਸੀ ਸਿੰਘ। ਇਸ ਪ੍ਰਕਾਰ ਮਹਾਰਾਜ ਜੀ ਫਿਰ ਅੱਲਾ ਜਾਰਖਾਂ ਜੋਗੀ ਕਹਿੰਦੇ ਨਾ, ਜਦੋਂ ਉੱਥੇ ਪਹੁੰਚੇ ਤੇ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਜੀ ਦੋ ਭਰਾ ਸਨ। ਉਹਨਾਂ ਨੇ ਮਹਾਰਾਜ ਨੂੰ ਆਖਿਆ ਵੀ ਮਹਾਰਾਜ ਤੁਸੀਂ ਆਰਾਮ ਕਰੋ, ਤੁਸੀਂ ਆਰਾਮ ਕਰੋ, ਅਸੀਂ ਪਹਿਰਾ ਦਿੰਨੇ ਆ। ਬਾਕੀ ਸਿੰਘ ਪਹਿਰਾ ਦੇਣਗੇ, ਸੌ ਜਾਣਗੇ, ਆਰਾਮ ਕਰਨਗੇ। ਭਾਈ ਮਦਨ ਸਿੰਘ ਤੇ ਕਾਠਾ ਸਿੰਘ ਜੀ ਕਹਿੰਦੇ ਨਾ ਵੀ ਅਸੀਂ ਰਾਖੀ ਕਰਾਂਗੇ ਇੱਥੇ, ਕਿ ਦੁਸ਼ਮਣ ਦਾ ਪਤਾ ਨਹੀਂ। ਬਾਕੀ ਸਿੰਘ ਥੱਕੇ ਹੋਏ ਨੇ। ਸਰਸਾ ਤੇ ਬੜਾ ਵੱਡਾ ਯੁੱਧ ਹੋਇਆ, ਸਿੰਘਾਂ ਦੇ ਟੱਕ ਲੱਗੇ ਹੋਏ ਨੇ ਹੱਥਾਂ ਤੇ, ਪੈਰਾਂ ਤੇ, ਲੱਤਾਂ ਦੇ ਉੱਪਰ ਨਿਸ਼ਾਨ ਹਨ, ਤਲਵਾਰ ਦੇ ਨਿਸ਼ਾਨ ਹਨ। ਵੀ ਇਹ ਆਰਾਮ ਕਰਨਗੇ ਮਹਾਰਾਜ। ਤੁਸੀਂ ਵੀ ਖੈਮੇ ਵਿੱਚ ਜਾਓ। ਖੈਮੇ ਦੇ ਅਰਥ ਹੁੰਦੇ ਨੇ ਤੰਬੂ ਵਿੱਚ ਜਾ ਕੇ ਆਰਾਮ ਕਰੋ, ਅਸੀਂ ਅੱਜ ਰਾਖੀ ਕਰਾਂਗੇ। ਅੱਲਾ ਜਾਰਖਾਂ ਜੋਗੀ ਜੀ ਲਿਖਦੇ ਆ, ਕਹਿੰਦੇ ਕੁਝ ਲੇਟ ਗਏ ਖਾਕ पे जी पोश विछाकर, पहरा देने लगे कई तलवार उठाकर, गोविंद भी शबबाश हुए खेमा में जाकर, देखा तो वहां बैठे हैं गर्दन झुकाकर। ਜਿਹੜੇ ਸਿੰਘ ਸੀ ਉਹ ਤਲਵਾਰ ਉਠਾ ਕੇ ਪਹਿਰਾ ਦੇਣ ਲੱਗ ਗਏ। ਜੀ ਪੋਸ਼ ਹੁੰਦਾ ਨਾ, ਜਿਹੜੇ ਘੋੜੇ ਹੁੰਦੇ, ਘੋੜਿਆਂ ਦੇ ਉੱਪਰ ਕਾਠੀਆਂ ਪਾਈਆਂ ਨਹੀਂ ਹੁੰਦੀਆਂ ਤੇ ਆਪਾਂ ਉੱਪਰ ਕੱਪੜਾ ਨਹੀਂ ਵਿਛਾ ਦਿੰਦੇ, ਉਹਨੂੰ ਜੀ ਪੋਸ਼ ਕਹਿੰਦੇ ਨੇ। ਸਿੰਘਾਂ ਕੋਲ ਕਿਹੜਾ ਵਸਤਰ ਸੀ, ਉਹਨਾਂ ਨੇ ਉਹੀ ਆਹੀ ਰੁੱਤ ਪੋਹ ਦੀ, ਆਹੀ ਸਰਦੀ ਦੇ ਦਿਨ ਘੋੜਿਆਂ ਦੀਆਂ ਕਾਠੀਆਂ ਨੂੰ ਸਰਾਣਾ ਬਣਾ ਲਿਆ, ਜਿਹੜੇ ਉੱਪਰ ਕੱਪੜੇ ਸੀ ਉਹ ਵਿਛਾ ਕੇ ਉੱਥੇ ਲੇਟ ਗਏ ਨੇ। ਗੋਬਿੰਦ ਵੀ ਸ਼ਬਬਾਸ਼ ਹੋਏ ਖੈਮਾ ਮੇ ਜਾਕਰ, ਕਲਗੀਧਰ ਜੀ ਵੀ ਤੰਬੂ ਵਿੱਚ ਚਲੇ ਗਏ ਨੇ। ਜਦੋਂ ਵੇਖਿਆ ਸਿੰਘਾਂ ਨੇ ਜਾ ਕੇ, ਭਾਈ ਮਦਨ ਸਿੰਘ ਤੇ ਕਾਠਾ ਸਿੰਘ ਜੀ ਨੇ, ਦੇਖਾ तो वहां बैठे हैं गर्दन झुकाकर, ਨੀਵੀਂ ਪਾਤਸ਼ਾਹ ਜੀ ਨੇ ਪਾਈ ਹੋਈ ਆ। ਤੇ ਅੱਲਾ ਜਾਰਖਾਂ ਜੋਗੀ ਕਹਿੰਦਾ ਵੀ ਕੀ ਉਦਾਸ ਨੇ ਜਿਹੜੀ ਨੀਵੀਂ ਪਾਈ ਹੋਈ ਆ? ਕਹਿੰਦੇ ਨਹੀਂ, ਉਦਾਸ ਨਹੀਂ ਹੈਗੇ, ਗਮਗੀਨ ਨਹੀਂ ਹੈਗੇ। ਗਰਦਨ ਝੁਕਾ ਕੇ ਕੀ ਕਰਦੇ ਨੇ? ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ, ਉਹ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਨੇ। है तू ही तू मुंह से निकलता, तू ही तू है वाहिगुरू। इदां दी आवाज़ कलगीधर जी दे रहे हैं। फिर सतगुरु जी अचानक ना, जब 1.5 घड़ी रात गई जिक्रे खुदा में, अद्धी रात बीत गई है, सिंह आराम कर रहे ने। ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਤਲਵਾਰ ਉਠਾ ਕੇ ਪਹਿਰਾ ਦੇ ਰਹੇ ਨੇ ਵੀ ਕਿਤੇ ਕੋਈ ਦੁਸ਼ਮਣ ਨਾ ਆ ਜਾਵੇ। जब 1.5 घड़ी रात गई जिक्र खुदा में,
ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇਂ। ਸਰਕਾਰ ਦੇ ਅਰਥ ਇੱਥੇ ਨੇ ਕਲਗੀਧਰ ਜੀ ਨੂੰ ਕਹਿ ਰਹੇ ਨੇ ਕਵੀ ਜੀ। ਸਰਕਾਰ ਬਾਹਰ ਆ ਗਏ, ਕਲਗੀਧਰ ਜੀ ਬਾਹਰ ਆ ਗਏ। कदमों से टहलते थे मगर दिल था दुआ में। बोले है खुदाबंद हूँ खुश तेरी रजा में। करतार से कहते थे गोया रूबरू होकर, कल जाऊंगा चमकौर से सुरखरू होकर। इदा आख्या पातशाह जी ने आख्या मदन सिंह जी, भाई काठा सिंह जी देखो तुसी भी थके होए हो, तुसी हुण आराम करो, मैं पहरा देंगा। अज पातशाह जी साडे हुंदियां तुसी पहरा दोगे, हो नहीं सकदा। कलगीधर जी कहंदे नहीं, मैं जानदा तुसी थक के चूर हो गए हो, कल नूं भी तुसी जंग दे मैदान विच जाना है, तुसी आराम करो, मैं पहरा देवांगा। अज ताला जारखा जोगी कहंदा देखो संगत जी, जिन्ना कलगीधर जी ने ਸਿੰਘਾਂ ਨੂੰ प्यार कीता ना, इन्ना कोई रहबर नहीं कर सकता। रहबर होए ने सारे सत्कारयोग ने, पर जिन्ना कलगीधर जी ने प्यार किया उन्होंने अगे कहते ने, अगे पेश करते ने सतरां दे विच। कहते जदों कलगीधर जी ने आख्या मदन सिंह ते काठा सिंह भी आराम करन चले गए, फिर सारे सिंह सुते पे आ, कौन जागदा? कलगीधर जी जागते ने। तो हौली हौली कदमों से टहलते थे पर दिल था दुआ में। हौली हौली जिमें मां नहीं कम करती हुंदी भी बच्चा मेरा उठ ना जावे किते, हौली हौली जोड़ा उतार दिता, हौली हौली आ रहे ने भी किते किसी सिंह दी जाग ना खुल जावे, अख ना खुल जावे। इदां कीता। जदों आए तां अगे उन्हां दे लाल पए ने। बाबा अजीत सिंह जी 18 वरे की उम्र आ उन्हां दी। बाबा जुझार सिंह जी 14 क वरियां दे ने लगभग। ते आके जदों उन्हां दा चेहरा वेख्या, उन्हां वल वेख के पता की आख्या, मैं तेरा हूँ बच्चे भी मेरे तेरे हैं मौला। वाहिगुरु मैं भी तेरा ही हाँ। आ जेड़े लाल ने ना ये भी तेरे ही ने, क्योंकि थे तेरे हैं तेरे रहेंगे तेरे दाता। ये सीओ ही तेरे, हुण भी तेरे ही ने ते तेरे ही रहने ने। मैं तेरा हूँ बच्चे भी मेरे तेरे हैं मौला, थे तेरे हैं तेरे रहेंगे तेरे दाता। जिस हाल में रखे तू वही हाल है अच्छा, तुझ शुक्र के आने का जुबां पर नहीं है शिकवा। जेड़े हाल च तू रखे वो चंगा ही आ। जे राजा बना देगा, नंदा दी पुरी च सिंघासन ते बैठे हुंदे सी, जदों 52 कवि हुंदे सी कोल बैठे, उदों भी शुक्र सी। अज जमीन ते लेटे हुए हैं खालसा, जिस हाल में रखे तू वही हाल है अच्छा। वो हाल अच्छा वा जेड़े हाल च तू रखे। अगे फिर पातशाह जी कहंदे लेटे हुए हैं खालसा आज जिमी पर, किस तरह से चैन आए हमें शाही नशी पर। कहते साडा खालसा अज जमीन ते सुता पिया, सानू किवें नींद आवेगी, असी सौ नहीं सकते। फिर अगे उन्होंने आख्या जिन सिंघों ने कल मौत के साहिल था उतरना। साहिल हुंदा किनारा, जिन्हां ने मौत के किनारे ते जाके खड़ के जिंद दी बाजी लाउणी आ। कल सुबह था जिन खालसों ने जंग में मरना, बाली के शहीदों के हुआ जब के गुजरना। मुश्किल हुआ इस जगह से कदम आगे को तरना, बाली के शहीदों के हुआ जब के गुजरना। जदों महाराज सच्चे पातशाह जी उन्हां दे सिर वाले पासे आए ਸਿੰਘਾਂ ਦੇ, कईयां दी दस्तार लई हुई सी वो ठीक कर दिती, जोड़े इधर उधर खिलरे सन वो भी ठीक कर दिते, जिन्हां दे उपर कपड़ा पासा लेंदियां तो लै गया सी वो भी ठीक कर दिता पातशाह जी ने। फिर अगे अल्लाह जारखां जोगी लिखदा है, चूमा कवि हलकूम दहन चूमने बैठे। हलकूम हुंदा गर्दन दी जिहड़ी घंडी हुंदी है ना, इहनूं हलकूम कहंदे ने। दहन हुंदा मुख। पातशाह जी ने बहुत प्यार किया, इन्ना प्यार। चूमा कवि हलकूम दहन चूमने बैठे,
ਜਿਵੇਂ ਮਾਂ ਦੇ ਪੁੱਤਰਾਂ ਦਾ ਮੁੱਖ ਚੁੰਮਦੀ ਆ, ਐਵੇਂ ਉਹਨਾਂ ਸਿੰਘਾਂ ਨੂੰ ਪਿਆਰ ਦਿੱਤਾ। ਜਬ ਪਾਇਤੀ ਆਏ ਤੋ ਚਰਨ ਚੂਮਣੇ ਬੈਠੇ, ਜਦੋਂ ਸਿਰ ਵਾਲੇ ਪਾਸੇ ਗਏ ਤਾਂ ਮੁੱਖ ਚੁੰਮਿਆ ਉਹਨਾਂ ਦਾ, ਜਦੋਂ ਪੈਰਾਂ ਵਾਲੇ ਪਾਸੇ ਆਏ ਤਾਂ ਚਰਨਾਂ ਦੀ ਖਾਕ ਹੋ ਗਈ। ਦੇਖਿਆ ਉਹਨਾਂ ਦੇ ਛਾਲੇ ਪਏ ਹੋਏ ਨੇ ਪੈਰਾਂ ਦੇ ਵਿੱਚ ਸਿੰਘਾਂ ਦੇ, ਯੁੱਧ ਦੇ ਮੈਦਾਨ ਦੇ ਵਿੱਚ ਲੜ ਕੇ ਕਿਸੇ ਦੇ ਹੱਥ ਤੇ ਕੱਟ ਲੱਗਾ ਹੋਇਆ, ਤਲਵਾਰਾਂ ਦੇ ਜ਼ਖਮ ਬੜੇ ਨੇ। ਇਦਾਂ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਪਿਆਰ ਦਿੱਤਾ, ਇੰਨਾ ਪਿਆਰ ਕੀਤਾ। ਸੋਏ हुए बच्चों को कहाँ सर से पकड़ कर, चल दोगे अब्बा को मुसीबत में जकड़ कर। थी जिंदगी लिखी हुई किस्मत में उजड़ कर। किस्मत ਵਿੱਚ ਇਦਾਂ ਹੀ ਲਿਖਿਆ ਸੀ ਸਾਡੇ, ਉਜੜ ਕੇ ਵਸਣਾ ਸੀ ਅਸੀਂ। थी जिंदगी लिखी हुई किस्मत में उजड़ कर, फिर मिलने का वादा तो किए जाओ विछड़ कर। ਇਹ ਅਜੀਤ ਸਿੰਘ, ਜੁਝਾਰ ਸਿੰਘ, ਕੱਲ ਨੂੰ ਤੁਸੀਂ ਹੋਵੋਗੇ ਨਹੀਂ, ਮੇਰੇ ਨਾਲ ਵਾਅਦਾ ਹੀ ਕਰ ਜੋ ਵੀ ਆਪਾਂ ਮਿਲਾਂਗੇ ਕਦੇ। ਥੇ ਚਾਰ ਅਬ ਦੋ ਹੀ ਹੋ। ਜਦੋਂ ਨੰਦਾ ਦੀ ਪੁਰੀ ਤੋਂ ਤੁਰੇ ਆ ਤੇ ਉਦੋਂ ਆਪਾਂ 4 ਸੀ, ਤੁਸੀਂ 4 ਸੀ, ਹੁਣ 2 ਹੀ ਆ। ਦੋਵਾਂ ਦਾ ਪਤਾ ਹੀ ਨਹੀਂ ਕਿੱਥੇ ਨੇ, ਕਿਉਂਕਿ ਉਹ ਤਾਂ ਗੰਗੂ ਲੈ ਗਿਆ ਨਾ, ਆਪਦੇ ਪਿੰਡ ਖੇੜੀ ਲੈ ਕੇ ਜਾ ਚੁੱਕਾ ਹੈ। ਉਹ ਜਿਹੜਾ ਗੰਗੂ ਦੁਸ਼ਟ ਪਾਪੀ ਬ੍ਰਾਹਮਣ ਹੈ, ਉਹਦੇ ਪਿੰਡ ਖੇੜੀ ਨੇ 2 ਲਾਲ। ਥੇ ਚਾਰ ਅਬ 2 ਹੀ ਹੋ, ਹੁਣ ਤੁਸੀਂ 2 ਹੀ ਰਹਿ ਗਏ ਹੋ, 4 ਸੀ। ਸ਼ਹਿਰ ਜੇ ਵੀ ਨਾ ਹੋਣਗੇ, ਕੱਲ ਨੂੰ ਆ ਵੀ ਸਿਰ ਨਹੀਂ ਹੋਣਗੇ। ਹਮ ਸਬਰ ਕरेंगे, ਹਮ ਸ਼ੁਕਰ करेंगे ਅਗਰ ਜੇ ਵੀ ਨਾ ਹੋਣਗੇ। ਕਹਿੰਦੇ ਕੋਈ ਗੱਲ ਨਹੀਂ, ਜਿਸ ਹਾਲ में रखे तू वही हाल है अच्छा, तुझ शुक्र के आने का जुबा पर नहीं है शिकवा। इस प्रकार इदां ते अल्लाह जार खां जोगी ने आपदियां सदरां विच लिखिया, कहंदे मासूम हो मजलूम हो दुनिया से भले हो, लखते दिल गोविंद हो नाजों से पले हो। नाजों से पले दा मतलब बहुत लाडां नाल पले हो। देखो बाबा फतेह सिंह जी जिहड़े सन ना, ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ ਤੇ ਮਾਤਾ ਜੀਤੋ ਚੜ੍ਹਾਈ ਕਰ ਗਏ ਸੀ। ਮਾਤਾ ਗੁਜਰ ਕੌਰ ਜੀ ਨੇ ਰੂਈ ਦੇ ਵਿੱਚ ਦੁੱਧ ਨੂੰ ਭਿਉਂ ਕੇ ਪਾਲਿਆ ਸੀ ਉਹਨਾਂ ਨੂੰ। ਜਿਹੜੇ ਨਾਜੋਂ ਸੇ ਪਲੇ, ਬਹੁਤ ਲਾਡਾਂ ਨਾਲ ਪਲੇ ਨੇ। ਦੁਨੀਆ ਹੋਈ ਅੰਧੇਰ ਜਬ ਆਖੋਂ ਸੇ ਟਲੇ ਹੋ, ਜਦੋਂ ਮਾਵਾਂ ਨੂੰ ਪੁੱਤਰ ਨਹੀਂ ਦਿਖਦੇ ਤਾਂ ਉਹਨਾਂ ਦਾ ਤਾਂ ਸਭ ਖਤਮ ਹੋ ਜਾਂਦਾ, ਉਹਨਾਂ ਦਾ ਮਰਨ ਹੋ ਜਾਂਦਾ। ਘਰ ਬਾਰ ਲੁਟਾ, ਨੰਦਾਂ ਦੀ ਪੁਰੀ ਨਹੀਂ ਰਹੀ, ਨੰਦਾਂ ਦੀ ਪੁਰੀ ਨਹੀਂ ਰਹੀ। ਘਰ ਬਾਰ ਲੁਟਾ ਬਾਪ ਕਟਾ। ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਂਕ ਵਿੱਚ ਸ਼ਹੀਦ ਹੋ ਚੁੱਕੇ ਨੇ। ਅਬ ਤੁਮ ਵੀ ਚਲੇ ਹੋ। ਘਰ ਬਾਰ ਲਟਾ ਬਾਪ ਕਟਾ, ਅਬ ਤੁਮ ਵੀ ਚਲੇ ਹੋ। ਹੁਣ ਤੁਸੀਂ ਵੀ ਚਲੇ ਜਾਓਗੇ, ਕੱਲ ਨੂੰ ਤੁਸੀਂ ਰਹਿਣਾ ਨਹੀਂ। ਇਦਾਂ ਉਹ ਰਾਤ ਨੂੰ ਅੱਲਾ ਜ਼ਾਰ ਖਾਂ ਜੋਗੀ ਨੇ ਬਹੁਤ ਸੋਹਣੀਆਂ ਸਤਰਾਂ ਦੇ ਵਿੱਚ ਬਿਆਨ ਕੀਤਾ। ਫਿਰ ਅਗਲਾ ਦਿਨ ਚੜ੍ਹਿਆ, ਨਗਾਰੇ ਦੀਆਂ ਚੋਟਾਂ ਪਈਆਂ ਨੇ, ਸਿੰਘਾਂ ਨੇ ਜਕਾਰੇ ਛੱਡੇ ਨੇ। 5 ਸਿੰਘਾਂ ਦਾ ਜੱਥਾ ਜਾਂਦਾ ਰਿਹਾ। ਸਭ ਤੋਂ ਪਹਿਲਾਂ 5 ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਗਏ। ਲੜਦੇ ਉਹ ਸ਼ਹਾਦਤ ਪ੍ਰਾਪਤ ਕਰ ਗਏ। ਫਿਰ ਮੋਹਕਮ ਸਿੰਘ ਜੀ ਗਏ, ਫਿਰ ਸਾਹਿਬ ਸਿੰਘ ਜੀ ਗਏ। ਬਾਅਦ ਵਿੱਚ ਭਾਈ ਦਇਆ ਸਿੰਘ ਜੀ ਕਹਿੰਦੇ, ਗੁਰੂ ਮਹਾਰਾਜ ਦੇਖੋ, ਦੈ ਲਖ ਬਰਾਇਦ ਜ਼ਫਰਨਾਮੇ 'ਚ ਲਿਖਿਆ, ਕਹਿੰਦੇ ਬੰਦੇ ਦੀ ਮਰਦਾਨਗੀ ਕੀ ਕਰੂਗੀ। ਕਲਗੀਧਰ ਪਾਤਸ਼ਾਹ ਜੀ ਨੇ ਆਪ ਲਿਖਿਆ, ਕਹਿੰਦੇ ਬੰਦੇ ਦੀ ਮਰਦਾਨਗੀ ਉਹ ਜਗ੍ਹਾ ਕੀ ਕਰੂਗੀ ਜਿੱਥੇ ਇੱਕ ਪਾਸੇ 10 ਲੱਖ ਫੌਜ ਹੋਵੇ ਤੇ ਇੱਕ ਪਾਸੇ ਭੁੱਖੇ 40 ਸਿੰਘ ਹੋਣ। ਹਮੇ ਆਖਰ ਚ ਮਰਦੀ ਕੁਨਦ ਕਾਰ ਜਾਰ ਕੇ ਬਰ ਚੇਹਲ ਤਨ ਆਏ ਦਸ਼ ਬੇਸ਼ੁਮਾਰ। ਜ਼ਫਰਨਾਮੇ ਵਿੱਚ ਕਹਿੰਦੇ ਨੇ, ਕਹਿੰਦੇ ਇੱਕ ਪਾਸੇ 40 ਸਿੰਘ ਹੋਣ, ਇੱਕ ਪਾਸੇ 10 ਲੱਖ ਫੌਜ ਹੋਵੇ, 10 ਲੱਖ ਬਰਾਇਦ, ਤੇ ਉੱਥੇ ਮਰਦਾਨਗੀ ਬੰਦੇ ਦੀ ਕਰੂਗੀ ਕੀ। ਤਾਂ ਇਹ ਸੋਚ ਕੇ ਭਾਈ ਦਇਆ ਸਿੰਘ ਜੀ ਆਏ, ਕਹਿੰਦੇ ਪਾਤਸ਼ਾਹ ਜੀ ਦੇਖੋ, ਜੇ ਤੁਸੀਂ ਹੋ ਤਾਂ ਪੰਥ ਆ,
ਜੇ ਤੁਸੀਂ ਨਹੀਂ ਤਾਂ ਪੰਥ ਨਹੀਂ। ਸਾਹਿਬਜ਼ਾਦਿਆਂ ਨੂੰ ਲੈ ਕੇ ਨਾ ਸੁਰੱਖਿਅਤ ਜਗ੍ਹਾ ਤੇ ਚਲੇ ਜਾਓ, ਤੁਸੀਂ ਮਹਿਫੂਜ਼ ਜੀ ਜਗ੍ਹਾ ਲੱਭ ਕੇ ਨਾ ਉੱਥੇ ਚਲੇ ਜਾਓ, ਉੱਥੇ ਸਭ ਠੀਕ ਹੋ ਜਾਏਗਾ। ਅਸੀਂ ਇੱਥੇ ਜੰਗ ਲੜਾਂਗੇ। ਇਹ ਕਹਿ ਹੀ ਰਹੇ ਸੀ, ਬਾਬਾ ਅਜੀਤ ਸਿੰਘ ਜੀ ਆ ਕੇ ਆਖਿਆ, ਪਿਤਾ ਜੀ ਆਗਿਆ ਦਿਓ, ਮੈਂ ਜੰਗ ਨੂੰ ਜਾਣਾ, ਮੈਂ ਵੀ ਸਿੰਘਾਂ ਵਾਂਗ ਜਾਣਾ। 18 ਸਾਲ ਦੀ ਉਮਰ ਆ ਉਹਨਾਂ ਦੀ। ਆ ਕੇ ਆਖਿਆ, ਪਿਤਾ ਜੀ ਮੈਨੂੰ ਆਗਿਆ ਦਿਓ ਜੀ, ਮੈਂ ਜਾਣਾ ਚਾਹੁੰਦਾ। ਭਾਈ ਦਇਆ ਸਿੰਘ ਜੀ ਦਾ ਰੰਗ ਉੱਡ ਗਿਆ ਵੀ ਜੇ ਇਹ ਚਲੇ ਗਏ, ਅੱਗੇ 10 ਲੱਖ ਫੌਜ ਆ, ਬੰਦਾ ਜਿੰਨਾ ਮਰਜ਼ੀ ਮਰਦਾਨਗੀ ਵਾਲਾ ਹੋਵੇ। ਪਾਤਸ਼ਾਹ ਜੀ ਆਪ ਕਹਿੰਦੇ ਨੇ ਕਿ ਔਰੰਗਜ਼ੇਬ ਤੂੰ 10 ਲੱਖ ਬਰਾਇਦ, ਤੂੰ ਸਾਥੋਂ ਕਿੰਨਾ ਡਰਦਾ ਸੀ, ਤੈਨੂੰ ਖੌਫ ਕਿੰਨਾ ਸੀ ਸਾਡਾ। 40 ਦੇ ਮਗਰ ਤੂੰ 10 ਲੱਖ ਬੰਦੇ ਭੇਜਦੇ। ਮਰਦਾਨਗੀ ਕੀ ਕਰੂਗੀ ਬੰਦੇ ਦੀ? 10 ਲੱਖ ਇੱਕ ਪਾਸੇ 40 ਉਹ ਵੀ ਭੁੱਖੇ, ਕਿ ਕੀ ਕਰੂਗਾ ਬੰਦਾ? ਇਹ ਆਖਿਆ। ਬਾਬਾ ਅਜੀਤ ਸਿੰਘ ਜੀ ਕਹਿੰਦੇ ਨਾ ਕਿ ਮੈਂ ਜਾਣਾ ਚਾਹੁੰਦਾ। ਕਲਗੀਧਰ ਜੀ ਕਹਿੰਦੇ ਤੂੰ ਬਹੁਤ ਕਮਾਲ ਦੀ ਗੱਲ ਕਰ ਦਿੱਤੀ, ਜੇ ਮੈਨੂੰ ਤੈਨੂੰ ਕਹਿਣਾ ਪੈਂਦਾ ਨਾ ਤੂੰ ਜਾ, ਫਿਰ ਇਹ ਕਾਇਰਤਾ ਵਾਲੀ ਗੱਲ ਹੋ ਜਾਣੀ ਸੀ। ਕਿੱਥੇ ਮੈਂ ਤੈਨੂੰ ਕਹਿਣਾ ਸੀ, ਕਿੱਥੇ ਤੂੰ ਮੈਨੂੰ ਆ ਕੇ ਕਹਿ ਰਿਹਾ। ਇਹ ਮਰਦਾਨਗੀ ਵਾਲੀ ਗੱਲ ਆ। ਪਰ ਮੈਂ ਚਾਹੁੰਦਾ ਜਦੋਂ ਤੂੰ ਜਾਵੇਂਗਾ ਤਾਂ ਪਿੱਠ ਤੇ ਨਹੀਂ, ਆਪਦੀ ਛਾਤੀ ਤੇ ਤੀਰ ਸਹਿਣੇ ਨੇ। ਇਹ ਆਖਿਆ ਸੀ। ਬਾਬਾ ਅਜੀਤ ਸਿੰਘ ਜੀ ਕਹਿੰਦੇ, ਗੁਰਪਿਤਾ ਜੀ ਨਾਮ ਹੈ ਅਜੀਤ ਸਿੰਘ, ਜੀਤਾ ਨਹੀਂ ਜਾਊਂਗਾ, ਜੀਤਾ ਅਗਰ ਗਿਆ तो लौट के नहीं आऊंगा। नाम है अजीत सिंह, जीता नहीं जाऊंगा, जीता अगर गया तो लौट के नहीं आऊंगा। अजीत सिंह मेरा नाम है, जित्या नहीं जाना। जदों पातशाह जी ने पहली जंग लड़ी ना कलगीधर जी ने, उदों बाबा अजीत सिंह जी का प्रकाश होया सी साहिबजादे दा। उदों जंग विचों जित जित के आए, फतेह हुई सी, नाम रख दिता सी अजीत सिंह। कहंदे अजीत सिंह मेरा नाम आ, जित्या नहीं जावांगा, दुश्मना तो जावांगा। जे जित्या गया तो वापस नहीं आवांगा, भी पैठ ते नहीं छाती ते वार सहांगा। चले गए बाबा अजीत सिंह जी। बहुत घमसान दा युद्ध होया। वजीर खां दी सेना दा पति सी जिहड़े वो वेख के कहंदे कलगीधर जी दा वड्डा लाल है, बच के नहीं जाना चाहिए जंगे मैदान चों। तो बहुत उन्होंने आहू लाहे, पहला तीर छड्डे ने, फिर आपदी तलवार दे नाल लड़ाई कीती। फिर नेजा जदों उन्होंने मारिया ने, एक तुरक दी छाती च खुभ गया, बहुत जोर नाल मारिया। जदों कड्ढण लगे ना तो वह नेजा उन्हां दा टुट गया, जिहड़ा नकीला हिस्सा सी वो विच ही धसिया रह गया, उहदी छाती विच खुभिया रह गया। तो उन्हां दे जिहड़ी सोटी सी हत्थ च रह गई बाबा अजीत सिंह जी दे, जिवें इतिहासकार दसदे ने। फिर बहुत ही उन्होंने तीर मारे, बहुत ज़्यादा, ऐ थोड़ी सी भी एक अद्धा तीर होएगा, 10 लाख घेरा सी। जिन्नियां तलवारां सी सारियां ने एकदम वार कर दिते। कलगीधर जी वो ममटियां दे खड़े हुए देख रहे ने, चमकौर दी गढ़ी दे उपर वो सारा दृश्य नजरी आ रहा है। छाती बिन्नी गई बाबा अजीत सिंह जी भी। जो बिन्नी गई वो गुरु पिता जी वाल पिछे नूं देखिया, उन्होंने चमकौर दी गढ़ी विच इदां शहादत प्राप्त कर गए। बाद विच बाबा जुझार सिंह जी उत्थे आए, कहंदे पिता जी मेरा वीरा जिथे चलिया गया मैं भी उत्थे जाना चाहुंदा, मैनूं आग्या दो, मैनूं छोटी तलवार दो, अपनी वो वड्डी तलवार लैके गया तुहाडी, मैं छोटी लैके जावांगा, मैनूं भी आग्या दो, मैं भी जंग विच जाना चाहुंदा हां। भाई दया सिंह ते भाई धर्म सिंह जी बचे सन 5 प्यारियां विचों। कहंदे ना जी ये तुहाडा साहिबजादा सी, इहनूं जाण नहीं देना। कलगीधर जी कहंदे दुनिया कहेगी लोकां दे पुੱਤ मरवाते, आपदे पुੱਤ बचाले, इहो जी गल नहीं। उन्होंने बिल्कुल छोटी श्री साहब सतगुरां ने आपदी दिती। पातशाह जी ने आपदे कमर कस्से चों एक खंजर कढ़ के उन्होंने दिता। तीर नूं कहंदे इहनूं तूं तलवार ही समझी, खंजर नूं आख्या कि इहदे नाल तूं वार करने ने, असीं तेरे इत्थे चमकौर दी गढ़ी ते खड़ के तीर छड्ड छड्ड के
तेरी रखिया करांगे, तैनूं जांगे मैदान च पहुँचा दांगे। क्योंकि 14 सालां दा जवाक होवे, बच्चा होवे, आपां कहने आ भी अजे बच्चा ही आ। सिखिज्म दे विच यही आ, वो कहंदे बाजुर्गी बा अकल अस्त। जिहड़ी बजुर्गी हुंदी आ ना, वो उम्र दी नहीं हुंदी। कई बच्चे नहीं हुंदे, बजुर्गां तो सियाणियां गल्लां करदे ने, कई बजुर्ग नियाणियां वर्गियां गल्लां करदे ने, इदां हो जांदा। सो रूहानीयत किहड़ी उम्र विच मिल जानी आ, ये वाहिगुरू की किरपा ही हुंदी आ। बाबा जुझार सिंह जी नूं 14 वरियां दी आयु च मिल गई, घोड़े ते सवार हो के जांगे मैदान च चले गए ने। वो आखण लगे ये कलगीधर जी का दूजा पुत्र आ, बच के नहीं जाना चाहिए। उदों कलगीधर जी ने अपने तीर छड्डे सन, जिन्हां दे उपर सोना लग्या हुंदा सी, वो छड्डे ते जाके वो राखी कर रहे सन बाबा जुझार सिंह दी, उपर दी हो के वैरियां दे लग रहे सन। क्योंकि कलगीधर जी आपदे एक जफरनामे विच लिखदे ने, कहंदे कि वो औरंगजेब देख, पहला तेरा भेजिया होया जिहड़ा नाहर खां ना, ते वो मेरे वल आया। उन्हें आके साडे ते पौड़ी लाई ते उपर किले ते चढ़न लगा सी। वो सरहंद दी कच्ची गढ़ी ते चढ़न लगा ते असीं उहदे तीर मारे। एक तीर दे नाल ही तेरा वड्डा योधा जिहड़ा सी ते वो मौत नूं उहनूं विआह के लै गई मौत। ते जिन्हों तू बहुत वड्डा योधा, बहुत वड्डा आखदा सी, ख्वाजा मरदूद उहदा नाम आ, वो कंध दे पिछे ही लुकिया रहा सानूं वेख के, मैनूं वेख के। इन्ना खौफ सी उहनूं। तेरे भेजे होए जिन्हां नूं तू योधे कहंदा सी, वो मैनूं देख के कंध दे उल्ले लुकिया रहा, सामने नहीं आया। जे मेरे सामने आउंदा ना, एक तीर दे नाल ही मैं उहनूं चित कर देना सी। ये जफरनामे विच लिखिया कलगीधर पातशाह जी ने। सो इदां ही पातशाह जी उपर दी तीर मार रहे ने ते जांगे मैदान विच बाबा जुझार सिंह जी पहुंच गए। उन्होंने ने वेख के कहा भी ये तो एक बच्चा है, कहंदे दुध दे दंद जे तेरे टुटे नहीं ते तू साडे नाल लड़न आ गया है। तो उदों बाबा जुझार सिंह जी ने आखिया सी, बहुतियां दा शिकार मैं कर चुका हाँ ते अजे होरां दा भी बहुतियां दा करना बाकी है। जांगे मैदान विच बहुत जूझ के उन्होंने फतेह प्राप्त की। कलगीधर जी ने जाण तो पहलां आखिया सी, ऐ मेरे पुत्र, ये ना होवे तेरी पैठ ते वार होवे ते तू सी कहें, सी नहीं कहना, वाहिगुरू वाहिगुरू तेरे मूँह दे विचों आना चाहिए, सी नहीं कहनी। छाती ते ही सब कुछ सहना है ते वार सह के तू मेरे वल मुख करना। चमकौर दी गढ़ी विच असीं खड़े तैनूं वेखदे होवांगे, तेरी राखी भी करांगे। कीती भी पातशाह जी ने। जदों उन्होंने बहुत तीर मारे ने, छाती दे विच इउं लग्या, एक कवि कहंदा जिवें कमल दे फुੱਲ विच आपां सूई नहीं चुभो दिंदे। 14 साल दे बच्चे दे शरीर विच बड़ी लचक हुंदी है, किन्ना कोमल हुंदा। जदों तीर वजे ने आउण लगा, जिवें बहुत ही कमल दीआं पंखड़ियां दे विच किसे ने सूइयां चुभोईआं होण। ते पातशाह जी दे वल वेख के उन्होंने साहिबजादा जुझार सिंह जी चमकौर दी गढ़ी विच शहादत दा जाम पी गए। थे चार अब दो ही हो, मैं शुक्र करूँगा शहर जे भी ना होंगे, मैं शुक्र करूँगा अगर जे भी ना होंगे। इदा पातशाह जी ने आख्या सी, जिन सिंहों ने कल मौत के साहिल था उतरना, कल सुबह था जिन खालसों ने जंग में मरना, बाली के शहीदों के हुआ जब के गुजरना, मुश्किल हुआ इस जगह से कदम आगे को तरना। मासूम हो मजलूम हो, लगते दिल गोविंद हो, नाजुम से पले हो, लखते दिल गोविंद हो, कर बाप लुटा बाप कटा, अब तुम भी चले हो। घर बार साडा लुटिया गया, नंदा दी पूरी खेरू खेरू हो गई। ना साजो ना बाजो, ना फौजों ना फर्श, खुदाबंद बख्शांदे ऐश अरस। ना बाज है ना नीला घोड़ा, कुछ भी नहीं रहा, सब ही उजड़ गया है।
ਪਰ ਕਿਸਮਤ ਵਿੱਚ ਕਹਿੰਦੇ ਲਿਖਿਆ ਹੀ ਸੀ ਐਵੇਂ ਉੱਜੜ ਕੇ ਵਸਣਾ, ਬਿਨਾਂ ਉੱਜੜੇ ਕਾਹਦਾ ਵਸਣਾ ਹੁੰਦਾ, ਇਦਾਂ ਆਖਿਆ ਸੀ। ਫਿਰ ਭਾਈ ਧਰਮ ਸਿੰਘ ਤੇ ਦਇਆ ਸਿੰਘ ਨੇ ਆਖਿਆ ਕਿ ਪਾਤਸ਼ਾਹ ਜੀ ਦੇਖੋ, ਜਦੋਂ ਮਹਾਰਾਜ ਨੇ ਫੈਸਲਾ ਕੀਤਾ ਵੀ ਹੁਣ ਅਸੀਂ ਜਾਵਾਂਗੇ ਅਗਲਾ ਜੱਥਾ ਲੈ ਕੇ, ਸਾਡੀ ਵਾਰੀ ਆ, ਤਾਂ ਫਿਰ 5 ਸਿੰਘਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਹੁਣ ਬੇਨਤੀ ਨਹੀਂ, ਹੁਣ ਹੁਕਮ ਹੀ ਆ 5 ਸਿੰਘਾਂ ਦਾ, ਤੁਹਾਨੂੰ ਅਸੀਂ ਜਾਣ ਨਹੀਂ ਦੇਣਾ। ਜੇ ਤੁਸੀਂ ਹੋ ਤੇ ਖਾਲਸਾ ਹੈ, ਜੇ ਤੁਸੀਂ ਹੋਵੋਗੇ ਬਹੁਤ ਅਜੀਤ ਸਿੰਘ ਹੋ ਜਾਣਗੇ, ਜੁਝਾਰ ਸਿੰਘ ਹੋ ਜਾਣਗੇ, ਚਲੇ ਜਾਵੋ, ਬੇਨਤੀਆਂ ਕਰਦੇ ਆ, ਤੁਸੀਂ ਸਾਨੂੰ ਇੱਕ ਆਖਿਆ ਸੀ ਅੰਮ੍ਰਿਤ ਪਾਨ ਕਰਾ ਕੇ, ਜੋ 5 ਸਿੰਘ ਕਹਿਣਗੇ ਮੈਂ ਮੰਨੂਗਾ, ਉੱਦਾਂ ਆਖਿਆ, ਚਲੇ ਜਾਵੋ ਜੀ ਇੱਥੋਂ। ਫਿਰ ਸਤਿਗੁਰੂ ਜੀ ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਦਾ ਇਤਿਹਾਸਕਾਰ ਦੱਸਦੇ ਆ ਵੀ ਚਿਹਰਾ ਹੀ ਨਹੀਂ ਇਕੱਲਾ ਮਿਲਦਾ ਸੀ, ਜਦੋਂ ਕਲਗੀਧਰ ਜੀ ਦਾ ਪ੍ਰਕਾਸ਼ ਹੋਇਆ ਪਟਨੇ 'ਚ, ਇੱਕ ਦਿਨ ਬਾਅਦ ਸੰਗਤ ਸਿੰਘ ਜੀ ਦਾ ਪ੍ਰਕਾਸ਼ ਹੁੰਦਾ, ਉਦੋਂ ਇੱਕ ਦਿਨ ਬਾਅਦ, ਵੀ ਉਮਰ ਦਾ ਵੀ ਕੋਈ ਫਰਕ ਨਹੀਂ ਸੀ ਜ਼ਿਆਦਾ, ਤੇ ਚਿਹਰਾ ਵੀ ਮਿਲਦਾ ਸੀ। ਪਾਤਸ਼ਾਹ ਜੀ ਨੇ ਆਪਦੀ ਕਲਗੀ ਤੇ ਤੋੜਾ ਜਿਹੜਾ ਸੀ ਨਾ, ਉਹ ਭਾਈ ਸੰਗਤ ਸਿੰਘ ਜੀ ਨੂੰ ਦੇ ਦਿੱਤਾ। ਭਾਈ ਸੰਗਤ ਸਿੰਘ ਜੀ ਨੂੰ ਬਖਸ਼ ਕੇ ਤੇ ਭਾਈ ਕੀਤਾ ਸਿੰਘ ਜੀ ਨੇ ਨਗਾਰੇ ਵਜਾਏ ਨੇ, ਤੇ ਸਤਿਗੁਰ ਨੇ ਤਾੜੀ ਮਾਰੀ ਆ, ਤਾੜੀ ਮਾਰ ਕੇ ਆਖਿਆ ਕਿ ਹਿੰਦ ਦਾ ਫਕੀਰ ਜਾ ਰਿਹਾ, ਜੇ ਕਿਸੇ ਦੇ ਵਿੱਚ ਤਾਕਤ ਆ ਤਾਂ ਰੋਕ ਸਕਦਾ ਤਾਂ ਰੋਕ ਲਵੇ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਉਹਨਾਂ ਦੇ ਨਾਲ ਸਨ। ਬਹੁਤ ਹਨੇਰੀ ਵਗਣ ਲੱਗ ਪਈ, ਇੱਕਦਮ ਬਿਜਲੀ ਲਸ਼ਕਣ ਲੱਗ ਪਈ, ਤੁਰਕਾਂ ਨੂੰ ਕੁਝ ਸੁੱਝਿਆ ਨਹੀਂ, ਸੁਣ ਤਾਂ ਗਿਆ ਸੀ, ਸੁੱਝਿਆ ਨਹੀਂ। ਪਰ ਜਦੋਂ ਜਾ ਰਹੇ ਨੇ ਅੱਗੇ ਨਾ, ਤੇ ਬਿਜਲੀ ਲਸ਼ਕੀ, ਬਿਜਲੀ ਜਦੋਂ ਲਸ਼ਕੀ ਆ ਤੇ ਉਹ ਅੱਗੇ ਬਾਬਾ ਅਜੀਤ ਸਿੰਘ ਜੀ ਦਾ ਸਰੀਰ ਪਿਆ, ਥੋੜੀ ਵਿੱਥ ਤੇ ਬਾਬਾ ਜੁਝਾਰ ਸਿੰਘ ਜੀ ਦਾ ਸਰੀਰ ਆ ਜਿਹੜਾ ਪਿਆ ਹੈ, ਕੋਮਲ ਵਿੰਨਿਆ ਹੋਇਆ ਹੈ ਤੀਰਾਂ ਦੇ ਨਾਲ। ਭਾਈ ਦਇਆ ਸਿੰਘ ਜੀ ਉਹਨਾਂ ਨੂੰ ਵੇਖ ਕੇ ਆਪਦਾ ਕਮਰ ਕੱਸਾ ਖੋਲਣ ਲੱਗ ਗਏ, ਜਿਹੜਾ ਲੱਕ ਤੇ ਬੰਨਿਆ ਹੁੰਦਾ, ਖੋਲਿਆ। ਕਲਗੀਧਰ ਜੀ ਕਹਿੰਦੇ, ਪਾਤਸ਼ਾਹ ਜੀ ਕਹਿੰਦੇ, ਇਹ ਕੀ ਕਰ ਰਹੇ ਹੋ ਜੀ, ਕੀ ਕਰ ਰਹੇ ਹੋ? ਕਹਿੰਦੇ, ਪਾਤਸ਼ਾਹ ਜੀ ਦੇਖੋ, ਜਦੋਂ ਤੁਸੀਂ ਕਿਸੇ ਤੇ ਤੀਰ ਛੱਡਦੇ ਹੋ ਨਾ, ਉਹਨਾਂ ਨੂੰ ਸੋਨਾ ਲੱਗਾ ਹੁੰਦਾ, ਉਹਦੀ ਵਜ੍ਹਾ ਕੀ ਹੁੰਦੀ ਆ, ਕਾਰਨ ਕੀ ਹੁੰਦਾ? ਪਾਤਸ਼ਾਹ ਜੀ ਕਹਿੰਦੇ, ਉਹਦਾ ਕਾਰਨ ਇਹ ਹੁੰਦਾ ਵੀ ਜੇ ਕੋਈ ਹੋ ਗਿਆ ਜ਼ਖਮੀ, ਉਹ ਆਪਦਾ ਇਲਾਜ ਕਰਵਾ ਲਵੇ, ਉਹ ਵੇਚ ਕੇ ਸੋਨੇ ਨੂੰ ਇਲਾਜ ਕਰਵਾ ਸਕਦਾ। ਜੇ ਕਿਸੇ ਦੀ ਮੌਤ ਹੋ ਗਈ, ਉਹ ਤੀਰ ਦੇ ਨਾਲ ਤੇ ਸੰਸਕਾਰ ਵਾਸਤੇ ਉਹ ਬਾਲਣ ਇਕੱਠੇ ਕਰ ਸਕਦਾ, ਕਫਨ ਖਰੀਦ ਸਕਦਾ। ਇਹ ਆ ਇਹਦੇ ਪਿੱਛੇ ਰਾਜ। ਤੇ ਪਾਤਸ਼ਾਹ ਜੀ ਆ ਸਾਹਮਣੇ ਤੁਹਾਡੇ ਲਾਲਾਂ ਦੇ ਸਰੀਰ ਪਏ ਨੇ, ਇਹਨਾਂ ਦਾ ਮੈਂ ਮੁੱਖ ਕੱਜਣਾ ਚਾਹੁੰਦਾ। ਆਪਦਾ ਜਿਹੜਾ ਕਮਰ ਕੱਸਾ ਸੀ ਭਾਈ ਦਇਆ ਸਿੰਘ ਜੀ ਕਹਿੰਦੇ ਖੋਲ ਕੇ, ਮੈਂ ਇਹਦੇ ਨਾਲ ਇਹਨਾਂ ਦਾ ਮੁੱਖ ਕੱਜਣਾ ਚਾਹੁੰਦਾ। ਸਤਿਗੁਰ ਕਹਿੰਦੇ, ਦੇਖੋ ਭਾਈ ਦਇਆ ਸਿੰਘ ਜੀ, ਤੁਹਾਡੇ ਕੋਲ ਇੰਨੇ ਵਸਤਰ ਨਹੀਂ ਹੈਗੇ ਵੀ ਆਪਾਂ ਸਾਰੇ ਸਿੰਘਾਂ ਦਾ ਪਰਦਾ ਕੱਜ ਦਈਏ, ਇੰਨੇ ਤਾਂ ਹੈ ਨਹੀਂ ਨਾ, ਕਿਉਂਕਿ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦੇ ਐਸ਼ ਅਰਸ। ਨਾ ਸਾਜ ਆ, ਬਹੁਤ ਸਾਜੋ ਸਮਾਨ ਨਹੀਂ, ਨਾ ਬਾਜ ਆ, ਨਾ ਘੋੜਾ ਵਾ, ਕੁਝ ਵੀ ਨਹੀਂ ਬਚਿਆ। ਆਪਣੇ ਕੋਲ ਇੰਨੇ ਕੱਪੜੇ ਨਹੀਂ ਵੀ ਆਪਾਂ 40 ਸਿੰਘ ਜਿਹੜੇ ਇੱਥੇ ਸ਼ਹੀਦ ਹੋਏ ਨੇ ਜਾਂ ਕੁਝ ਸਿੰਘ ਸਾਰਿਆਂ ਦਾ ਪਰਦਾ ਕੱਜ ਦਈਏ। ਜੇ ਸਾਰਿਆਂ ਦਾ ਕੱਜ ਸਕਦੇ ਹੋ ਤਾਂ ਕੱਜਿਓ, ਨਹੀਂ ਅਜੀਤ ਸਿੰਘ ਤੇ ਜੁਝਾਰ ਸਿੰਘ ਦਾ ਮੁੱਖ ਕੱਜਣ ਦੀ ਤੁਹਾਨੂੰ ਲੋੜ ਨਹੀਂ। ਗੁਰਸਿੱਖਾਂ ਇੱਕੋ ਪਿਆਰ ਗੁਰ, ਮਿੱਤਾਂ ਪੁੱਤਾਂ ਪਾਈਆਂ, ਜਿੰਨੇ ਲਾਲ ਪਿਆਰੇ ਉਹਨੇ ਸਿੰਘ ਪਿਆਰੇ ਆ। ਇਹ ਇਕੱਲਾ ਨਹੀਂ ਵੀ ਇਹਨਾਂ ਦਾ ਪਰਦਾ ਕੱਜਤਾ ਤੇ ਬਾਕੀ ਉਦਾਂ ਹੀ ਸਰੀਰ ਪਏ ਦੇ ਨਾ, ਇਦਾਂ ਹੀ ਚੱਲੋ। ਤਾਂ ਸਤਿਗੁਰੂ ਜੀ ਉਦੋਂ ਫਿਰ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚੇ ਨੇ। ਉੱਥੋਂ ਜਾ ਕੇ ਕਿਵੇਂ ਕਿਵੇਂ ਅੱਗੇ ਗਨੀ ਨਵੀ ਖਾਂ ਦੇ ਕੋਲ ਗਏ, ਗੁਲਾਬੇ ਤੇ ਪੰਜਾਬੇ ਦੇ ਘਰੇ ਜਾਂਦੇ ਨੇ। ਉਹ ਬੜਾ ਇਤਿਹਾਸ ਲੰਮਾ ਹੋ ਜਾਣਾ, ਬਹੁਤ ਇਤਿਹਾਸ ਲੰਮਾ ਹੋ ਜਾਏਗਾ। ਸੋ ਕਹਿਣ ਦਾ ਭਾਵ ਇਹ ਹੈ, ਕਲਗੀਧਰ ਸੱਚੇ ਪਾਤਸ਼ਾਹ ਜੀ ਦੇ 2 ਲਾਲ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ। ਮਾਸੂਮ ਹੋ ਮਜਲੂਮ ਹੋ, लगते दिल गोविंद हो, नाजों से पले हो, कर बार लटा
ਬਾਪ ਕਟਾ ਤੁਮ ਵੀ ਚਲੇ ਹੋ। ਤੇ ਬਾਅਦ ਵਿੱਚ ਉੱਥੇ ਬਹੁਤ ਘਮਸਾਨ ਦਾ ਯੁੱਧ ਹੋਇਆ। ਭਾਈ ਕੀਤਾ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਭਾਈ ਪ੍ਰੀਤਮ ਸਿੰਘ ਜੀ ਆਦਿ ਜਿੰਨੇ ਵੀ ਸਿੰਘ ਸਨ ਸਾਰਿਆਂ ਨੇ ਸ਼ਹਾਦਤ ਪ੍ਰਾਪਤ ਕਰ ਲਈ। 5 ਜਿਹੜੇ ਸਿੰਘ ਹਨ, 5 ਪਿਆਰੇ, ਉਹਨਾਂ ਵਿੱਚੋਂ 3 ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਸੀ। ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। 2 ਪਿਆਰੇ ਜਿਹੜੇ ਸਤਿਕਾਰਯੋਗ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਉਹ ਸਤਿਗੁਰਾਂ ਦੇ ਨਾਲ ਮਾਛੀਵਾੜੇ ਦੇ ਜੰਗਲ ਵਿੱਚ ਰਹੇ ਨੇ। ਸਤਿਗੁਰੂ ਜੀ ਉੱਥੋਂ ਹੁੰਦੇ ਹੋਏ ਇੱਕ ਮਹਿਫੂਜ਼ ਜਗ੍ਹਾ ਤੇ ਪਹੁੰਚੇ। ਹੁਣ ਦੂਜੇ ਪਾਸੇ ਜਦੋਂ ਆਪਾਂ ਦੇਖੀਏ, ਖੇੜੀ ਪਿੰਡ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਤੇ ਗੰਗੂ ਆਪਦੇ ਪਿੰਡ ਖੇੜੀ ਆ ਗਿਆ। ਹੁਣ ਸਿੰਘਾਂ ਦੀਆਂ ਜਿਹੜੀਆਂ ਲਾਸ਼ਾਂ ਨੇ, ਸਰੀਰ ਨੇ, ਉਹ ਜਾਂਗੇ ਮੈਦਾਨ ਵਿੱਚ ਪਏ ਨੇ। ਹੁਣ ਇੱਥੇ ਸ਼ਾਨ ਦੇ ਨਾਲ ਸਿਰ ਉੱਚਾ ਹੋ ਜਾਂਦਾ ਸਿੱਖ ਕੌਮ ਦਾ। ਜਿੱਥੇ ਸਿੰਘਾਂ ਦੀ ਸ਼ਹਾਦਤ ਆ ਉੱਥੇ ਬੀਬੀਆਂ ਵੀ ਪਿੱਛੇ ਨਹੀਂ, ਮਾਤਾਵਾਂ ਭੈਣਾਂ ਵੀ ਪਿੱਛੇ ਨਹੀਂ। ਜਾਂਗੇ ਮੈਦਾਨ ਦੇ ਵਿੱਚੋਂ ਦੁਸ਼ਮਣ ਜਿਹੜਾ ਹੁੰਦਾ ਨਾ, ਲਾਸ਼ ਨਹੀਂ ਚੱਕਣ ਦਿੰਦਾ ਹੁੰਦਾ ਕਦੇ ਵੀ। ਮਾਤਾ ਸ਼ਰਨ ਕੌਰ ਜੀ ਨੂੰ ਪਤਾ ਲੱਗਾ। ਦੇਖੋ ਤੁਹਾਨੂੰ 2 ਨਾਮ ਮਿਲਣਗੇ ਸੰਗਤ ਜੀ, ਜੇ ਤੁਸੀਂ ਪੁਸਤਕ ਪੜ੍ਹੋਗੇ, ਇਤਿਹਾਸ ਪੜ੍ਹੋਗੇ। ਭਾਈ ਵੀਰ ਸਿੰਘ ਜੀ ਨੇ ਲਿਖਿਆ ਵੀ ਮਾਤਾ ਸ਼ਰਨ ਕੌਰ ਜੀ ਸਨ ਇੱਕ, ਉਹਨਾਂ ਦੇ ਪਤੀ ਸਿੰਘ ਜੀ, ਉਹਨਾਂ ਦੇ ਸਿੰਘ ਸਾਹਿਬ, ਉਹਨਾਂ ਦਾ ਨਾਮ ਪ੍ਰੀਤਮ ਸਿੰਘ ਸੀ। ਉਹ ਵੀ ਚਮਕੌਰ ਦੀ ਗੜੀ ਵਿੱਚ 33ਵੇਂ ਨੰਬਰ ਤੇ ਸ਼ਹੀਦ ਹੋਏ ਸੀ। ਉਹਨਾਂ ਨੂੰ ਪਤਾ ਲੱਗਾ, ਕਈ ਕਹਿੰਦੇ ਆ ਵੀ ਨਾਮ ਉਹਨਾਂ ਦਾ ਹਰਸ਼ਰਨ ਕੌਰ ਸੀ, ਕਈ ਕਹਿੰਦੇ ਸ਼ਰਨ ਕੌਰ ਸੀ। ਚਲੋ ਇਹ ਇਦਾਂ ਵਿਵਾਦ ਚੱਲਦਾ ਹੀ ਰਹਿੰਦਾ, ਆਪਣੇ ਜੋ ਇਤਿਹਾਸਕਾਰ ਹੁੰਦੇ ਨੇ ਉਹਨਾਂ ਦੀ ਖੋਜ ਹੁੰਦੀ ਆਪਦੀ। ਆਪਾਂ ਹੁਣ ਹਰਸ਼ਰਨ ਕੌਰ ਹੀ ਲੈ ਲਈਏ। ਹਰਸ਼ਰਨ ਕੌਰ ਜੀ ਨੂੰ ਪਤਾ ਲੱਗਾ ਕਿ ਸਿੰਘ ਸ਼ਹੀਦ ਹੋ ਚੁੱਕੇ ਨੇ, ਉਹਨਾਂ ਦੇ ਸਰੀਰ ਉੱਥੇ ਰੁਲ ਰਹੇ ਨੇ। ਉਹ ਚਾਹੁੰਦੇ ਸੀ ਜਿਹੜੇ ਤੁਰਕ ਸੀ ਵੀ ਇਦਾਂ ਹੀ ਰੁਲਦੇ ਰਹਿਣ, ਤੇ ਔਰੰਗਜ਼ੇਬ ਨੂੰ ਲਿਆਵਾਂਗੇ, ਦਿਖਾਵਾਂਗੇ ਵੀ ਆਹ ਹਾਲ ਹੋਇਆ ਇਹਨਾਂ ਦਾ। ਰਾਤ ਨੂੰ ਉਹ ਵੀ ਥੱਕੇ ਹੋਏ ਤੰਬੂਆਂ 'ਚ ਆਰਾਮ ਕਰ ਰਹੇ ਸੀ। ਮਾਤਾ ਹਰਸ਼ਰਨ ਕੌਰ ਜੀ ਉੱਥੇ ਆਏ। ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਕਹਿੰਦੇ ਉਹਨਾਂ ਨੇ ਦੀਵਾ ਜਗਾਇਆ, ਇੱਕ ਹੱਥ ਵਿੱਚ ਤਲਵਾਰ ਫੜੀ ਹੋਈ ਆ। ਸਿੰਘਾਂ ਦੇ ਜਿਹੜੇ ਸਰੀਰ ਸੀ ਇਕੱਠੇ ਕੀਤੇ, ਜਿਹੜੀਆਂ ਬਾਹਾਂ ਕੱਟੀਆਂ ਹੋਈਆਂ ਸੀ, ਜਿਨ੍ਹਾਂ ਵਿੱਚ ਕੜੇ ਪਾਏ ਹੋਏ ਸੀ ਸਰਬ ਲੋਹ ਦੇ, ਸਤਿਗੁਰ ਦੀ ਦਾਤ ਜਿਹੜੀ ਬਖਸ਼ੀ ਹੋਈ, ਉਹ ਪਛਾਣ ਕੇ ਬਾਹਾਂ ਚੁੱਕ ਕੇ ਲੈ ਕੇ ਆਏ ਮਾਤਾ ਹਰਸ਼ਰਨ ਕੌਰ ਜੀ। ਇੱਕ ਜਗ੍ਹਾ ਸਾਰੇ ਸਿੱਖਾਂ ਦੇ ਸਿੰਘਾਂ ਦੇ ਸਰੀਰਾਂ ਨੂੰ ਇਕੱਠਾ ਕੀਤਾ ਤੇ ਅੰਮ੍ਰਿਤ ਵੇਲਾ ਹੋ ਚੁੱਕਾ ਹੈ। ਬਹੁਤ ਹੀ ਟਿਕੀ ਹੋਈ ਰਾਤ ਆ ਤੇ ਉਹ ਆਰਾਮ ਕਰ ਰਹੇ ਨੇ, ਪਤਾ ਨਹੀਂ ਕੁਝ ਉਹਨਾਂ ਨੂੰ। ਹੌਲੀ ਹੌਲੀ ਬਾਲਣ ਵੀ ਇਕੱਠਾ ਕੀਤਾ। ਉਹਨਾਂ ਦੇ ਪਤੀ ਜੀ, ਉਹਨਾਂ ਦੇ ਸਿੰਘ ਸਾਹਿਬ ਪ੍ਰੀਤਮ ਸਿੰਘ ਜੀ 33ਵੇਂ ਨੰਬਰੇ ਸ਼ਹੀਦ ਸਨ ਚਮਕੌਰ ਦੀ ਗੜੀ ਦੇ। ਤੇ ਕਿੱਡਾ ਉਹਨਾਂ ਦਾ ਦਿਲ ਹੋਵੇਗਾ। ਆਮ ਪਹਿਲਾਂ ਮੰਨਦੇ ਰਹੇ ਵੀ ਇਸਤਰੀ ਬਹੁਤ ਕੋਮਲ ਹੁੰਦੀ ਆ, ਤਾਂ ਉਹਨਾਂ ਨੇ ਕਰਕੇ ਦਿਖਾਇਆ ਵੀ ਨਾ, ਜੇ ਦੇਹ ਸ਼ਿਵਾਵਰ ਮੋਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋ, जब आब की औद निधान बने अत हीरन में तब जूझ मरो। एक हथ विच तलवार फड़ी हुई ते किड्डा उन्हां 'च जोर होवेगा। जे आपां एक तां हुंदा ना सुनना, एक हुंदा महसूस करना, 2 गल्लां हुंदियां ने। 40 ਸਿੰਘਾਂ ਦੇ ਸਰੀਰਾਂ ਨੂੰ ਚੁੱਕ ਕੇ ਲੈ ਕੇ ਆਉਣਾ, ਕੱਟੀਆਂ ਹੋਈਆਂ ਬਾਹਾਂ ਨੂੰ ਤੁਰਕਾਂ ਦੀਆਂ ਲਾਸ਼ਾਂ 'ਚੋਂ ਪਛਾਣਨਾ, ਇਦਾਂ ਉਹਨਾਂ ਨੇ ਕੀਤਾ। ਫਿਰ ਬਾਲਣ ਇਕੱਠਾ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਸੰਸਕਾਰ ਕਰਨ ਲਈ ਲਾਂਬੂ ਲਾ ਦਿੱਤਾ, ਅਗਨ ਭੇਟ ਕਰ ਦਿੱਤਾ। ਹੌਲੀ ਹੌਲੀ ਜਦੋਂ ਅੱਗ ਉੱਪਰ ਨੂੰ ਉੱਠੀ ਤੇ ਰੌਲਾ ਪੈ ਗਿਆ ਵੀ ਕੌਣ ਆ ਇੱਥੇ ਜੋ ਸੰਸਕਾਰ ਕਰ ਰਿਹਾ ਸਿੰਘਾਂ ਦੇ ਸਰੀਰਾਂ ਦਾ। ਬਹੁਤ ਸਾਰੇ ਤੁਰਕ ਇਕੱਠੇ ਹੋ ਕੇ ਆਏ। ਉਹਨਾਂ ਨੇ ਮਾਤਾ ਹਰਸ਼ਰਨ ਕੌਰ ਜੀ ਦੇ ਨਾਲ ਜੰਗ ਕੀਤਾ। ਉਹਨਾਂ ਦੇ ਕੋਲ ਤਲਵਾਰ ਸੀ, ਲੜੇ ਉਹਨਾਂ ਨਾਲ, ਪਰ ਉਹ ਗਿਣਤੀ ਵਿੱਚ ਬਹੁਤ ਸੀ। ਮਹਾਰਾਜ ਕਹਿੰਦੇ ਨੇ ਨਾ ਜਫਰਨਾਮੇ 'ਚ, ਮਰਦਾਨਗੀ ਕੀ ਕਰੂਗੀ, ਮਰਦਾਨਗੀ ਕੀ ਕਰੂ ਬੰਦੇ ਦੀ। ਇੱਕ ਪਾਸੇ 40 ਬੰਦੇ, ਇੱਕ ਪਾਸੇ 10 ਲੱਖ ਬਰਾਇਤ, 10 ਲੱਖ ਬੰਦਾ, ਕੀ ਕਰੂ ਮਰਦਾਨਗੀ। ਉਹਨਾਂ ਨੇ ਮਾਤਾ ਹਰਸ਼ਰਨ ਕੌਰ ਜੀ ਨੂੰ ਚੱਕ ਕੇ ਉਸੇ ਹੀ ਚਿਖਾ ਦੇ ਵਿੱਚ ਪਾਪੀਆਂ ਨੇ, ਦੁਸ਼ਟਾਂ ਨੇ ਸੁੱਟਤਾ।
ਇਸ ਪ੍ਰਕਾਰ ਮਾਤਾ ਜਿੱਥੇ ਸਿੰਘਾਂ ਦੀ ਸ਼ਹੀਦੀ ਉੱਥੇ ਬੀਬੀਆਂ ਦੀ ਵੀ ਸ਼ਹੀਦੀ। ਉਸ ਤੋਂ ਬਾਅਦ ਜਿਹੜਾ ਅੱਗੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਆ, ਗੰਗੂ ਦੀ ਪਤਨੀ ਨੇ ਮਾਤਾ ਜੀ ਦੀ ਸੇਵਾ ਕੀਤੀ ਤੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਤੇ ਮਾਤਾ ਜੀ ਨੇ 2 ਮੋਹਰਾਂ ਦੇ ਦਿੱਤੀਆਂ। ਖੁਸ਼ ਹੋ ਕੇ ਸੋਨੇ ਦੀਆਂ ਮੋਹਰਾਂ ਉਹਨਾਂ ਦੇ ਕੋਲ ਸਨ। ਗੰਗੂ ਬੇਈਮਾਨ ਹੋ ਗਿਆ ਵੀ ਆਹ ਤਾਂ ਹੁਣ ਸਾਰੀਆਂ ਮੇਰੀਆਂ ਹੋ ਜਾਣਗੀਆਂ, ਮੈਂ ਰਾਤ ਨੂੰ ਚੋਰੀ ਕਰ ਲੈਣੀਆਂ ਨੇ। ਮਾਤਾ ਜੀ ਸੌਂ ਗਏ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਨੇ ਘੁੱਟ ਕੇ ਛਾਤੀ ਦੇ ਨਾਲ ਲਾਏ ਹੋਏ ਨੇ ਤੇ ਹੌਲੀ ਹੌਲੀ ਦੱਬੇ ਪੈਰੀ ਗੰਗੂ ਆਇਆ ਤੇ ਉਹ ਜਿਹੜੀ ਗੁਥਲੀ ਸੀ ਸੋਨੇ ਦੇ ਸਿੱਕਿਆਂ ਦੀ ਮੋਹਰਾਂ ਵਾਲੀ ਚੁੱਕ ਲਈ ਉਹਨੇ। ਮਾਤਾ ਜੀ ਨੂੰ ਪਤਾ ਤਾਂ ਲੱਗ ਗਿਆ ਵੀ ਲੈ ਗਿਆ, ਬੋਲੇ ਨਹੀਂ ਕੁਝ। ਚੁੱਕ ਕੇ ਬਾਅਦ ਚ ਰੌਲਾ ਪਾਉਣ ਲੱਗ ਗਿਆ, ਚੋਰ ਚੋਰ ਇਦਾਂ ਕਿਹਾ ਵੀ। ਫਿਰ ਆ ਕੇ ਕਹਿੰਦਾ ਨਾ ਮਾਤਾ ਜੀ ਤੁਹਾਡਾ ਜਿਹੜਾ ਸੋਨਾ ਸੀ ਨਾ, ਸਿੱਕੇ ਸੀ, ਤੁਹਾਡੇ ਗਹਿਣੇ ਗੁਣੇ ਸੀ, ਉਹ ਚੋਰ ਲੈ ਗਿਆ। ਮਾਤਾ ਜੀ ਕਹਿੰਦੇ ਕੋਈ ਨਾ, ਕੋਈ ਗੱਲ ਨਹੀਂ, ਮੇਰੇ ਗਹਿਣੇ ਤਾਂ ਮੇਰੇ ਕੋਲ ਹੀ ਨੇ, ਮੇਰੇ ਪੋਤੇ ਤਾਂ ਮੇਰੇ ਕੋਲ ਹੀ ਨੇ, ਇਦੋਂ ਵੱਧ ਕੇ ਮੈਨੂੰ ਕੋਈ ਗਹਿਣਾ ਨਹੀਂ, ਕਿਉਂਕਿ ਉਹਨਾਂ ਨੂੰ ਕਿਹੜਾ ਸੋਨੇ ਨਾਲ ਪਿਆਰ ਸੀ। ਕਹਿੰਦਾ ਨਹੀਂ ਮਾਤਾ ਜੀ, ਆਪਾਂ ਕੋਤਵਾਲੀ 'ਚ ਜਾ ਕੇ ਸ਼ਿਕਾਇਤ ਕਰਦੇ ਹਾਂ, ਗੁਰਦੁਆਰਾ ਕੋਤਵਾਲੀ ਸਾਹਿਬ ਬਣਿਆ ਨਾ ਹੁਣ। ਮਾਤਾ ਜੀ ਕਹਿੰਦੇ ਰਹਿਣ ਦੇ ਗੰਗੂ, ਅੱਜ ਕੱਲ ਜਿਹੜੇ ਚੋਰ ਨੇ ਨਾ, ਠੱਗ ਜਿਹੜੇ ਨੇ, ਉਹ ਚੋਰਾਂ ਨਾਲੋਂ ਵੱਧ ਕੇ ਕੋਤਵਾਲੀ 'ਚ ਰਹਿੰਦੇ ਨੇ, ਨਾ ਜਾਈ। ਕਹਿੰਦਾ ਨਹੀਂ ਮਾਤਾ ਜੀ ਆਪਾਂ ਜਾਵਾਂਗੇ। ਚਲਿਆ ਗਿਆ, ਉੱਥੇ ਜਾ ਕੇ ਸ਼ਿਕਾਇਤ ਕਰ ਦਿੱਤੀ, ਕਿਉਂਕਿ ਉਹ ਵੀ ਜਾਣ ਗਿਆ ਸੀ। ਮਾਤਾ ਜੀ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਮੈਨੂੰ ਦੇਖ ਲਿਆ, ਉਹਨੂੰ ਇਉਂ ਲੱਗਾ, ਕੋਤਵਾਲੀ 'ਚ ਸ਼ਿਕਾਇਤ ਕਰ ਦਿੱਤੀ। ਦੇਖੋ ਇੱਥੇ ਗੱਲ ਇਹ ਨੋਟ ਕਰਨ ਵਾਲੀ ਆ, ਕਈ ਬੰਦੇ ਉਦੋਂ ਹੀ ਸੱਚ ਬੋਲਦੇ ਆ ਜਦੋਂ ਕਿਸੇ ਦਾ ਮਾੜਾ ਕਰਨਾ ਹੋਵੇ, ਸਾਰੀ ਜ਼ਿੰਦਗੀ ਉਹ ਸੱਚ ਨਹੀਂ ਬੋਲਦੇ। ਲੂਣ ਖਾਏ ਕਰੇ ਹਰਾਮ ਖੋਰੀ, ਗੰਗੂ ਮਹਾਰਾਜ ਦਾ ਰਸੋਈਆ ਰਿਹਾ ਆਨੰਦਪੁਰ ਸਾਹਿਬ ਦੇ ਵਿੱਚ। ਵਫਾਦਾਰੀ ਇਹਨੇ ਛੱਡ ਕੇ ਤੇ ਇਦਾਂ ਦਾ ਕਹਿਰ ਕਮਾਇਆ। ਕੋਤਵਾਲੀ 'ਚ ਜਾ ਕੇ ਦੱਸਤਾ, ਕਹਿੰਦਾ ਜੀ ਉਹ ਕਲਗੀਧਰ ਜੀ ਦੇ ਲਾਲ ਜਿਹੜੇ ਨੇ ਨਾ, ਤੇ ਉਹਨਾਂ ਦੇ ਬਜ਼ੁਰਗ ਮਾਤਾ ਜੀ ਦੀ ਜਿਹੜੀ ਉਮਰ ਆ ਉਦੋਂ 83 ਸਾਲ ਲਿਖੀ ਆ, 80 ਤੇ 3 83 ਸਾਲ ਦੇ ਸਨ ਮਾਤਾ ਜੀ। ਉਹ ਸਾਡੇ ਘਰੇ ਆ, ਫੜ ਲਿਆਓ ਉਹਨਾਂ ਨੂੰ। ਬਹੁਤ ਪਾਪ ਕਮਾਇਆ, ਬਹੁਤ ਪਾਪ ਕਮਾਇਆ, ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਜਿਹੜੀ ਹੁਣ ਠੰਡ ਆ ਨਾ, ਇਹ ਤਾਂ ਕੁਝ ਵੀ ਨਹੀਂ ਹੈਗੀ, ਕੁਝ ਵੀ ਨਹੀਂ ਹੈਗੀ। ਆਪਾਂ ਨੂੰ ਕਿੰਨੀ ਲੱਗਦੀ ਆ। ਅੱਜ ਤੋਂ 550 ਸਾਲ ਪਹਿਲਾਂ ਜਾਂ ਕਈ ਸਾਲ ਪਹਿਲਾਂ ਤੁਸੀਂ ਵੇਖੋ, ਠੰਡ ਬਹੁਤ ਹੁੰਦੀ ਸੀ। ਬਜ਼ੁਰਗ ਦੱਸਦੇ ਆ ਹੁਣ ਤਾਂ ਪੋਲਿਊਟ ਹੋ ਗਿਆ ਵਾਤਾਵਰਨ, ਹੁਣ ਤਾਂ ਗੰਦਲਾ ਹੋ ਗਿਆ ਨਾ, ਹੁਣ ਉਨੀ ਠੰਡ ਨਹੀਂ ਪੈਂਦੀ। ਤੇ ਉਦੋਂ ਠੰਡੇ ਬੁਰਜ ਵਿੱਚ ਠੰਡੀਆਂ ਹਵਾਵਾਂ ਵਿੱਚ ਦੀ ਲੰਘੀਆਂ ਨੇ। ਖਾਣ ਲਈ ਵੀ ਕੁਝ ਨਹੀਂ ਦੇਣਾ ਕਹਿੰਦੇ, ਪੀਣ ਲਈ ਵੀ ਕੁਝ ਨਹੀਂ ਦੇਣਾ। ਸ਼ਰਤ ਰੱਖੀ, ਕਿਉਂ? ਇਹ ਕਲਗੀਧਰ ਦੇ ਸਾਹਿਬਜ਼ਾਦੇ ਆ। ਸਾਰਿਆਂ ਨੇ ਆਖਿਆ, ਸਾਰਾ ਸਰਹੰਦ ਕਹਿੰਦੇ ਕਲਗੀਧਰ ਨੂੰ ਫੜ ਨਹੀਂ ਸਕੇ, ਕਲਗੀਧਰ ਨੂੰ ਫੜ ਨਹੀਂ ਸਕੇ, ਬੱਚਿਆਂ ਨੂੰ ਜੰਜੀਰਾਂ 'ਚ ਬੰਨਿਆ। ਇਤਿਹਾਸਕਾਰ ਤਾਂ ਦੱਸਦੇ ਆ ਵੀ ਜੰਜੀਰਾਂ 'ਚ ਬੰਨਿਆ ਹੋਇਆ ਸੀ, ਗੁੱਟਾਂ 'ਚੋਂ ਉਹਨਾਂ ਦੇ ਖੂਨ ਨਿਕਲਦਾ ਸੀ ਜਦੋਂ ਲੈ ਕੇ ਆਏ ਲਾਲਾਂ ਦੇ। ਤੇ ਮਾਤਾ ਜੀ ਨੇ ਰਾਤ ਨੂੰ ਉਹਨਾਂ ਨੂੰ ਘੁੱਟ ਕੇ ਗਲਵੱਕੜੀ ਵਿੱਚ ਲੈਣਾ। ਕਦੇ 83 ਸਾਲ ਦੇ ਮਾਤਾ ਜੀ, ਕਦੇ ਮੁੱਖ ਦੇ ਨਾਲ ਉਹਨਾਂ ਨੂੰ ਨਿੱਘ ਦੇਣਾ, ਹੱਥ ਉਹਨਾਂ ਦੇ ਨੀਲੇ ਹੋ ਜਾਣੇ। ਬਾਬਾ ਫਤਿਹ ਸਿੰਘ ਦੇ ਹੱਥਾਂ ਨਾਲ ਕੁੱਟਣੇ ਆਪਦੇ, ਕਦੇ ਛਾਤੀ ਨਾਲ ਲਾਉਣਾ, ਕਦੇ ਸਾਖੀਆਂ ਸੁਣਾਉਣੀਆਂ ਗੁਰੂ ਨਾਨਕ ਦੀਆਂ, ਕਹਿਣਾ ਵੀ ਡੋਲਣਾ ਨਹੀਂ, ਧਰਮ ਵੱਡਾ, ਸੁੱਖ ਦੁੱਖ ਤਾਂ ਆਉਂਦੇ ਹੀ ਰਹਿੰਦੇ ਆ, ਧਰਮ ਵੱਡਾ। ਫਿਰ ਉਹਨਾਂ ਦੀ ਪੇਸ਼ੀ ਹੋ ਗਈ। ਜਦੋਂ ਪੇਸ਼ ਕੀਤਾ, ਵਜ਼ੀਰ ਖਾਂ ਨੇ, ਸੁੱਚਾ ਨੰਦ ਨੇ ਬਹੁਤ ਲਾਲਚ ਦਿੱਤੇ, ਝੂਠ ਵੀ ਬੋਲਿਆ। ਕਹਿੰਦੇ ਤੁਹਾਡੇ ਪਿਤਾ ਜੀ ਵੀ ਨਹੀਂ ਰਹੇ, ਤੁਹਾਡੀ ਨੰਦਾਂ ਦੀ ਪੁਰੀ ਵੀ ਉੱਜੜ ਗਈ, ਕੁਝ ਨਹੀਂ ਰਿਹਾ, ਤੁਹਾਨੂੰ ਬੇਗਮਾਂ ਦੇ ਡੋਲੇ ਵੀ ਦੇਵਾਂਗੇ, ਤੁਹਾਨੂੰ ਰਹਿਣ ਲਈ ਬੜਾ ਕੁਝ ਦੇਵਾਂਗੇ, ਇਸਲਾਮ ਕਬੂਲ ਕਰ ਲਓ, ਇਸਲਾਮ ਨੂੰ ਕਬੂਲ ਕਰੋ। ਇਹ ਵੀ ਮੰਨਿਆ ਜਾਂਦਾ ਵੀ ਜਦੋਂ ਉਹਨਾਂ ਨੂੰ ਲਿਆਉਣਾ ਸੀ ਸਾਹਿਬਜ਼ਾਦਿਆਂ ਨੂੰ, ਤਾਂ ਇੱਕ ਦਰਵਾਜ਼ਾ ਸਪੈਸ਼ਲ ਬਣਾਇਆ ਉਹਨਾਂ ਨੇ,
ਬਹੁਤ ਛੋਟਾ, ਜਿਹਦੇ ਵਿੱਚੋਂ ਝੁੱਕ ਕੇ ਲੰਘਣਾ ਪੈਂਦਾ ਸੀ। ਤੇ ਉੱਥੇ ਸਾਹਿਬਜ਼ਾਦਿਆਂ ਨੂੰ ਲਿਆਂਦਾ ਗਿਆ। ਕਹਿੰਦੇ ਜਦੋਂ ਇਹ ਝੁੱਕ ਕੇ ਲੰਘਣਗੇ ਤੇ ਉਦੋਂ ਆਪਾਂ ਰੌਲਾ ਪਾ ਦਾਂਗੇ ਵੀ ਇਹ ਝੁੱਕ ਗਏ ਸਾਡੇ ਅੱਗੇ। ਜਦੋਂ ਉਹਨਾਂ ਨੂੰ ਲਿਆਂਦਾ ਗਿਆ, ਉਹਨਾਂ ਵਿੱਚ ਉਹਨਾਂ ਦੀਆਂ ਨਸਾਂ 'ਚ ਕਲਗੀਧਰ ਜੀ ਦਾ ਖੂਨ ਆ। ਕਿਵੇਂ ਝੁਕਦੇ? ਪਹਿਲਾਂ ਉਹਨਾਂ ਨੇ ਪੈਰ ਕੱਢੇ, ਤੁਸੀਂ ਵੇਖੀ ਆ ਨਾ ਚਾਰ ਸਾਹਿਬਜ਼ਾਦੇ ਮੂਵੀ, ਤਾਂ ਉਹਨਾਂ ਨੇ ਪਹਿਲਾਂ ਪੈਰ ਉੱਦਾਂ ਕੱਢੇ, ਬਾਅਦ ਵਿੱਚ ਆਪਦੇ ਧੜ ਨੂੰ ਤੇ ਮੁੱਖ ਨੂੰ ਕੱਢਿਆ ਤੇ ਬੜੇ ਸ਼ਰਮਿੰਦਾ ਹੋਏ, ਬਹੁਤ ਸ਼ਰਮਿੰਦਾ। ਬਹੁਤ ਲਾਲਚ ਦਿੱਤੇ ਵਜ਼ੀਰ ਖਾਂ ਨੇ। ਫਿਰ ਅਖੀਰ ਵਿੱਚ ਕਹਿੰਦੇ ਤੁਹਾਨੂੰ ਮਾਰ ਹੀ ਦੇਣਾ, ਤੁਹਾਨੂੰ ਮਾਰ ਹੀ ਦੇਣਾ, ਹੁਣ ਰੱਖਣਾ ਨਹੀਂ। ਜੇ ਤੁਸੀਂ ਕਹਿਣਾ ਨਾ ਮੰਨਿਆ, ਇਹ ਡਰਾਵਾ ਨਹੀਂ ਸੀ ਵੀ ਮਾਰ ਦੇਣਾ, ਇਹ ਸੱਚ ਸੀ। ਫਿਰ ਉਹਨਾਂ ਨੇ ਆਖਿਆ ਸੱਚ ਕੋ ਮਿਟਾਓਗੇ तो मिटोगे जहान से, डरता नहीं अकाल किसी शहनशाह की शान से, उपदेश अपना सुन लो जरा दिल के कान से, हम कह रहे हैं तुमको खुदा की जुबान से। ਕਹਿੰਦੇ ਸੱਚ ਨੂੰ ਮਿਟਾਉਣ ਵਾਲੇ ਖੁਦ ਮਿਟਦੇ ਨੇ, ਸੱਚ ਨਹੀਂ ਮਿਟਦਾ। ਸੱਚ ਇਹੋ ਜਿਹੀ ਚੀਜ਼ ਆ, ਇਹੋ ਜਿਹੀ ਚੀਜ਼ ਤੁਸੀਂ ਦਰਵਾਜ਼ੇ ਰਾਹੀਂ ਬਾਹਰ ਕੱਢ ਦਿਓ, ਤੁਹਾਡੀ ਬਾਰੀ ਰਾਹੀਂ ਅੰਦਰ ਆ ਜਾਊਗਾ। ਬਾਰੀ ਰਾਹੀਂ ਬਾਹਰ ਕੱਢ ਦੋ, ਝੀਥਾਂ ਰਾਹੀਂ ਥੱਲੇ ਤੁਹਾਡੇ ਘਰੇ ਆ ਜਾਊ। ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਕਹਿੰਦੇ ਤੁਸੀਂ ਮਿਟੋਗੇ, ਅਸੀਂ ਨਹੀਂ ਮਿਟਣਾ। ਫਿਰ ਉਹਨਾਂ ਨੇ ਫਤਵਾ ਦੇ ਦਿੱਤਾ ਸਾਹਿਬਜ਼ਾਦਿਆਂ ਨੂੰ ਕੀ ਨੀਹਾਂ 'ਚ ਚਿਣਨਾ। ਸ਼ਾਸਲ ਬੇਗ ਤੇ ਬਾਸ਼ਲ ਬੇਗ ਨੂੰ ਕਹਿੰਦੇ ਨਾ ਤੁਹਾਡੀ ਸਜ਼ਾ ਮਾਫ ਕਰ ਦਾਂਗੇ, ਇਹਨਾਂ ਨੂੰ ਨੀਹਾਂ 'ਚ ਚਿਣ ਦਿਓ। ਇਹ ਗੱਲ ਹੋ ਗਈ। ਉਹ ਲਾਲਚ ਵਿੱਚ ਆ ਗਏ ਜਲਾਦ ਜਿਹੜੇ ਸਨ, ਕਹਿੰਦੇ ਠੀਕ ਆ। ਹੁਣ ਸਿਪਾਹੀ ਜਦੋਂ ਲੈਣ ਆਏ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, 7 ਸਾਲ ਤੇ 9 ਸਾਲ ਉਹਨਾਂ ਦੀ ਉਮਰ ਆ। ਤੇ ਮਾਤਾ ਗੁਜਰ ਕੌਰ ਜੀ ਨੇ ਆਖਿਆ ਜਾਣੇ ਸੇ ਪਹਿਲੇ ਆਓ गले से लगा तो लूं, केसों को कंगी करूं जरा मुंह धुल्हा तो लूं, प्यारे सरों पे नन्ही सी कलगी सुझा तो लूं, मरने से पहले तुमको दुल्हा बना तो लूं। इदां आखिया सी भी कल्पना दी दुनिया विच जा के जिवें अपने सुपने नहीं हुंदे, ਅਸੀਂ ਆਪਦੀ ਧੀ ਦੀ ਸ਼ਾਦੀ ਕਰਾਂਗੇ, ਪੁੱਤਰ ਦੀ ਸ਼ਾਦੀ ਕਰਾਂਗੇ, ਇੱਦਾਂ ਅੱਖਾਂ 'ਚ ਸੁਰਮਾ ਪਾਵਾਂਗੇ, ਇੱਦਾਂ ਕਲਗੀਆਂ ਸਜਾਵਾਂਗੇ। ਮਾਤਾ ਜੀ ਕਲਪਨਾ ਦੀ ਦੁਨੀਆ ਵਿੱਚ ਜਾ ਕੇ ਕਹਿ ਰਹੇ ਨੇ ਆਓ नन्ही से सिरों पर कलगी सजा तो लूं, मरने से पहले तुमको दुल्हा बना तो लूं, जाने से पहले आओ गले लगा तो लूं, केसों को कंगी करूं जरा मूंह दुला तो लूं। इदां प्यार दे नाल घुट के गलवकड़ी विच लिया। बाबा फतेह सिंह जी बोले सन, कहंदे दादी मां जदों मेरा आउणा होया ते मैं मां दा मुख नहीं तक्किया। माता जीतो जी जिहड़े सन क्योंकि चलाना कर गए सन, सचखंड चले गए सन। बाद च माता गुजर कौर जी रूह विच दुध नूं भਿਉਂ ਭਿਉਂ के ते उन्हां नूं पिआउंदे रहे। रात नूं ओह साखियां सुणाउंदे, लोरियां दिंदे, इदों बिना उन्हां नूं नींद नहीं सी आउंदी। कहंदे दादी मां जे असीं चले गए ना ते साडे पिछे तूं भी आ जावीं, साडे पिछे तूं भी चल के आ जी, सानूं नींद नहीं आउणी उत्थे। जे असीं चले गए जिथे जा रहे हैं सानू नींद नहीं आनी, तू भी पिछे पिछे आ जावीं। इस प्रकार उन्हां जालमां ने बाबा जोरावर सिंह ते फतेह सिंह नूं लै आंदा उत्थे। ते कवि जी कहंदे दो बड़ियां कीमती जिंदां नीहां विच आण खलो गईयां, तक के तसीहा गम दा कंधां भी पागल हो गईयां। दो बड़ियां कीमती जिंदां नीहां विच आण खलो गईयां, तक के तसीहा गम दा, तसीहा हुंदा कोह के मारना, बहुत कोह के मारना, कंधां भी पागल हो गईयां। ते उन्हां नूं शाशल बेग ते बाशल बेग ने हत्थ विच तलवार फड़ी हुई आ ते नीहां विच चिण दिता। इस प्रकार बाद विच उन्हां दे सवास बाकी सन, सवास हजे बचे सन
ਤੇ ਵਜ਼ੀਰ ਖਾਨ ਨੇ ਇਸ਼ਾਰਾ ਕਰ ਦਿੱਤਾ ਸ਼ਾਸਲ ਬੇਗ ਨੂੰ, ਬਾਸ਼ਲ ਬੇਗ ਨੂੰ। ਇੱਕ ਕਵੀ ਕਹਿੰਦਾ ਪੋਤਿਆਂ ਨੂੰ ਵੀ ਇਉਂ ਮਾਰਿਆ ਜਿਵੇਂ ਦਾਦੇ ਨੂੰ ਕੋਹ ਕੇ ਮਾਰਿਆ। ਕਲਗੀਧਰ ਜੀ ਜ਼ਫਰਨਾਮੇ 'ਚ ਲਿਖਦੇ ਨੇ, ਕਹਿੰਦੇ ਉਹ ਰੰਗ ਜੇਬ ਤੂੰ ਮੇਰੇ ਬੱਚਿਆਂ ਨੂੰ ਕੋਹ ਕੇ ਮਾਰਿਆ। ਕੋਹ ਕੇ ਮਾਰਨ ਦੇ ਅਰਥ ਕੀ ਨੇ? ਬਹੁਤ ਜ਼ਿਆਦਾ ਤਸ਼ੱਦਦ ਕਰਕੇ ਮਾਰਨਾ। ਤੇ ਬਾਅਦ ਵਿੱਚ ਸ਼ਾਸਲ ਬੇਗ ਤੇ ਬਾਸ਼ਲ ਬੇਗ ਨੇ ਕੀ ਕੀਤਾ ਕਿ ਜਿਵੇਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਨਾਲੋਂ ਅਲੱਗ ਨਹੀਂ ਕੀਤਾ, ਇਵੇਂ ਆ ਜਿਹੜੀ ਘੰਡੀ ਹੁੰਦੀ ਆਪਣੀ ਇਹ ਤੇ ਉਹਦੀ ਨਾੜਾਂ ਕੱਟ ਦਿੱਤੀਆਂ, ਬੱਚਿਆਂ ਦੀਆਂ ਨਾੜਾਂ ਕੱਟ ਦਿੱਤੀਆਂ, ਸਾਹਿਬਜ਼ਾਦਿਆਂ ਦੀਆਂ, ਤੇ ਖੂਨ ਵਹਿਣ ਲੱਗ ਪਿਆ। ਤੇ ਇੱਕ ਕਵੀ ਕਹਿੰਦਾ ਹੈ ਕਿ ਜੋਰਾਵਰ ਸਿੰਘ ਜੀ ਕੇ ਪ੍ਰਾਣ ਖੰਡੇ ਕੇ ਸਾਥ ਬੇਗ ਛੂਟ ਗਏ। ਬਾਬਾ ਜੋਰਾਵਰ ਸਿੰਘ ਜੀ ਤਾਂ ਜਦੋਂ ਉਹਨੇ ਇਦਾਂ ਫੇਰਿਆ ਨਾ ਜ਼ਾਲਮ ਨੇ, ਤੇ ਉਦੋਂ ਹੀ ਉਹਨਾਂ ਦੇ ਚਲਾਣਾ ਹੋ ਗਿਆ, ਸੱਚਖੰਡ ਵਿੱਚ ਚਲੇ ਗਏ, ਸ਼ਹਾਦਤ ਪ੍ਰਾਪਤ ਕਰ ਗਏ। ਤੇ ਬਾਬਾ ਫਤਿਹ ਸਿੰਘ ਜੀ ਆਦ ਗੜੀ ਚਰਨ ਮਾਰਤੇ ਰਹੇ। ਬਾਬਾ ਜੋਰਾਵਰ ਸਿੰਘ ਜੀ ਕੇ ਪ੍ਰਾਣ ਖੰਡੇ ਕੇ ਸਾਥ ਬੇਗ ਛੂਟ ਗਏ। ਬਾਬਾ ਫਤਿਹ ਸਿੰਘ ਜੀ ਆਦ ਗੜੀ ਚਰਨ ਮਾਰਤੇ ਰਹੇ। ਜਿਹੜੀ ਘੜੀ ਹੁੰਦੀ ਆ ਉਹ 24 ਮਿੰਟਾਂ ਦੀ ਹੁੰਦੀ ਆ, ਤੇ ਆਦੀ ਘੜੀ ਕੀ ਹੋ ਗਿਆ 12.5 ਮਿੰਟ ਉਹ ਤੜਫਦੇ ਰਹੇ। ਉਹਨਾਂ ਦਾ ਵੀ ਸੀਸ ਧੜ ਨਾਲੋਂ ਬਾਅਦ ਵਿੱਚ ਅਲੱਗ ਕੀਤਾ ਗਿਆ। ਤੇ 12.5 ਮਿੰਟ ਉਹ ਕੋਮਲ ਜਿਹੜੀ ਜਿੰਦ ਆ ਬਾਬਾ ਫਤਿਹ ਸਿੰਘ ਜੀ ਤੜਫਦੇ ਰਹੇ। ਪਹਿਲਾਂ ਬਹੁਤ ਤੇਜ਼ੀ ਨਾਲ ਉਹਨਾਂ ਨੇ ਲੱਤਾਂ ਜਿਹੜੀਆਂ ਮਾਰੀਆਂ ਨੇ, ਹੌਲੀ ਹੌਲੀ ਸਹਿਜੇ ਸਹਿਜੇ ਘਟਦੇ ਗਏ। ਤੇ ਕਈ ਇਤਿਹਾਸਕਾਰ ਮੰਨਦੇ ਨੇ ਵੀ ਬਾਅਦ ਵਿੱਚ ਮਾਤਾ ਗੁਜਰ ਕੌਰ ਜੀ ਨੇ ਇੱਦਾਂ ਪਰਮਾਤਮਾ ਦੇ ਅੰਦਰ ਨਤਮਸਤਕ ਹੋ ਕੇ ਅੰਤਰ ਧਿਆਨ ਹੋ ਕੇ ਸਰੀਰ ਜਿਹੜਾ ਹੈ ਉਹ ਛੱਡ ਦਿੱਤਾ, ਵੀ ਬੱਚਿਆਂ ਦਾ ਗਮ ਸਹਾਰ ਨਹੀਂ ਸੀ ਸਕੇ। ਪਰ ਕਈ ਇਤਿਹਾਸਕਾਰ ਕਹਿੰਦੇ ਨਾ, ਜਿਹਨੇ ਆਪਦੇ ਪਤੀ ਨੂੰ ਦਿੱਲੀ ਤੋਰਿਆ ਹੋਵੇ, ਜਿਹਨੇ ਕਲਗੀਧਰ ਜੀ ਵਰਗੇ ਲਾਲ ਨੂੰ ਉਹਨਾਂ ਦਾ ਅਵਤਾਰ ਹੋਇਆ ਹੋਵੇ ਜਿਨ੍ਹਾਂ ਦੀ ਕੁੱਖ ਤੋਂ, ਉਹ ਇੰਨੇ ਕਮਜ਼ੋਰ ਨਹੀਂ ਹੋ ਸਕਦੇ। ਉਦੋਂ ਫਿਰ ਜ਼ਾਲਮਾਂ ਨੇ ਉਹਨਾਂ ਨੂੰ ਠੰਡੇ ਬੁਰਜ ਤੋਂ ਧੱਕਾ ਮਾਰਿਆ ਸੀ ਥੱਲੇ, ਤੇ ਇਦਾਂ ਉਹ ਸ਼ਹਾਦਤ ਦਾ ਜਾਮ ਪੀ ਗਏ। ਇਸ ਪ੍ਰਕਾਰ ਤੇ ਸਾਹਿਬਜ਼ਾਦਿਆਂ ਨੇ ਆਖਿਆ ਸੀ, ਹਮ ਜਾਨ ਦੇ ਕੇ औरों की जाने बचा चले, सिक्खी की नींव हम सरों पे उठा चले, गुरियाई का किस्सा जहाँ पे बना चले, सिंहों की सल्तनत का पौधा लगा चले, गद्दी तो तख्त बसे अब कौम पाएगी, दुनिया में जालमों का निशान तक मिटाएगी। जोगी जी इसके बाद हुई थोड़ी देर थी, बस्ती सरहिंद की ईंटों का ढेर थी। उदों थोड़े चर बाद ही ना बस्ती सरहिंद की ईंटों का ढेर थी। बाबा बंदा सिंह बहादुर ने आके ਇੱਟ ਨਾਲ ਇੱਟ ਖੜਕਾਈ। ਉਹ ਬੜਾ ਲੰਮਾ ਇਤਿਹਾਸ ਹੋ ਜਾਣਾ, ਬਹੁਤ ਜ਼ਿਆਦਾ। ਕਲਗੀਧਰ ਜੀ ਤੋਂ ਥਾਪੜਾ ਲੈ ਕੇ ਮੰਨਿਆ ਜਾਂਦਾ ਵੀ ਜਦੋਂ ਸਿੰਘ ਜਾਂਦੇ ਹੁੰਦੇ ਸੀ ਸਰਹੰਦ, ਇੱਟਾਂ ਤੋੜਦੇ ਹੁੰਦੇ ਸੀ। ਜਦੋਂ ਜਾਣਾ ਇੱਟਾਂ ਤੋੜੇ ਆਉਣੀਆਂ, ਜਦੋਂ ਜਾਣਾ ਇੱਟਾਂ ਤੋੜੇ ਆਉਣੀਆਂ। ਬਾਅਦ ਵਿੱਚ ਜਦੋਂ ਅੰਗਰੇਜ਼ਾਂ ਨੇ ਲੈਣ ਵੀ ਨਹੀਂ ਵਿਛਾਈ, ਰੇਲ ਲੈਣ ਉਹਨਾਂ ਨੇ ਕਾਢ ਕੱਢੀ ਆ, ਰੇਲ ਡਾਕ ਤੇ ਤਾਰ। ਜਦੋਂ ਉਹਨਾਂ ਨੇ ਰੇਲ ਲੈਣਾ ਵਿਛਾਈਆਂ, ਉਹ ਸਰਹੰਦ ਦੀ ਜਿਹੜੀ ਰੋੜੀ ਬਣ ਚੁੱਕੀ ਸੀ। ਸਿੰਘ ਕਹਿੰਦੇ ਹੁੰਦੇ ਸੀ, ਸਰਹੰਦੇ ਤੂੰ ਸਾਡੇ ਕਲਗੀਧਰ ਦੇ ਲਾਲਾਂ ਨੂੰ ਨੀਹਾਂ ਵਿੱਚ ਚਿਣਵਾਇਆ। ਤੇ ਉਦੋਂ ਬਾਅਦ ਫਿਰ ਉਹ ਬਹੁਤ ਤੋੜ ਕੇ ਆਉਂਦੇ ਸੀ। ਉਹ ਰੋੜੀ ਦੀ ਜਗ੍ਹਾ ਵਰਤੀ ਉਹਨਾਂ ਨੇ, ਅੰਗਰੇਜ਼ਾਂ ਨੇ ਇੰਨੀ ਚਿਕਨਾਚੂਰ ਕਰ ਦਿੱਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। जोगी जी इसके बाद हुई थोड़ी देर थी, बस्ती सरहिंद की ईंटों का ढेर थी। ਬਾਅਦ ਵਿੱਚ ਇਦਾਂ ਹੋਇਆ। ਕਹਿਣ ਦਾ ਭਾਵ ਇਹ ਹੈ, ਬਾਅਦ ਵਿੱਚ ਕਲਗੀਧਰ ਜੀ ਨੂੰ ਆਖਿਆ ਸੀ ਬਸ 5 ਮਿੰਟ ਆਪ ਜੀ ਦੇ ਹੋਰ ਲੈਣੇ ਨੇ, ਇਕਾਗਰਤਾ ਬਣਾਈ ਰੱਖਣਾ। 5 ਮਿੰਟ ਹੋਰ ਸਾਹਿਬਜ਼ਾਦਿਆਂ ਦੇ ਨਾਂ ਤੇ ਸਮਝ ਲਿਓ। ਬਿਲਕੁਲ ਨਹੀਂ, ਗੱਲ ਅੱਧੀ ਰਹਿ ਜਾਣੀ ਵਿੱਚ। ਸਮਾਂ ਵੈਸੇ ਹੋ ਚੁੱਕਾ ਹੈ, ਕਿਉਂਕਿ ਇਤਿਹਾਸ ਆਪਣਾ ਬਹੁਤ ਲੰਮਾ ਹੁੰਦਾ। ਜੇ ਵਿੱਚ ਆਪਾਂ ਗੱਲ ਛੱਡ ਦਿੱਤੀ ਨਾ ਤੇ ਗੱਲ ਬਣਦੀ ਨਹੀਂ। ਸਿਰਫ 5 ਮਿੰਟ ਹੋਰ ਨੇ, ਇੱਦਾਂ ਹੀ ਇਕਾਗਰਤਾ ਰੱਖੋ। ਜਦੋਂ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ ਤੇ 2 ਚਮਕੌਰ ਦੀ ਗੜੀ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ। ਮਹਾਰਾਜ ਨੇ ਫਿਰ ਨੂਰੇ ਮਾਹੀ ਨੂੰ ਭੇਜਿਆ ਸੀ, ਰਾਏ ਕੱਲੇ ਨੂੰ ਆਖ ਕੇ
ਸਾਰਾ ਕੁਝ ਪਤਾ ਲੱਗ ਗਿਆ ਮਹਾਰਾਜ ਨੂੰ। ਤੇ ਮਹਾਰਾਜ ਨੇ ਕਾਈ ਦਾ ਬੂਟਾ ਪੁੱਟ ਕੇ ਆਖਿਆ ਸੀ, ਔਰੰਗਜ਼ੇਬ ਤੂੰ ਮੇਰੇ ਬੱਚਿਆਂ ਨੂੰ ਕੋਹ ਕੇ ਮਾਰਿਆ ਤੇ ਤੇਰੀਆਂ ਹੁਣ ਜੜਾਂ ਪੁੱਟੀਆਂ ਜਾਣੀਆਂ ਨੇ, ਸਮਝ ਲਾ ਤੂੰ ਖਤਮ ਆ। ਅੱਜ ਜਿਹੜੀ ਔਰੰਗਜ਼ੇਬ ਦੀ ਪੀੜ੍ਹੀ ਆ ਨਾ, ਝੁੱਗੀਆਂ ਵਿੱਚ ਰਹਿੰਦੇ ਨੇ, ਉਹ ਖਾਣ ਲਈ ਉਹਨਾਂ ਕੋਲ ਕੁਝ ਨਹੀਂ। ਜਿਹੜੀ ਔਰੰਗਜ਼ੇਬ ਦੀ ਮਜ਼ਾਰ ਆ, ਉੱਥੇ ਇੱਕ ਫਕੀਰ ਫਿਰਦਾ ਹੁੰਦਾ, ਪਤਾ ਕੀ ਕਹਿੰਦਾ ਹੁੰਦਾ ਜੀ, ਪੈਸੇ ਦੇ ਦਿਓ ਦੀਆ ਜਗਾਉਣਾ, ਪੈਸੇ ਦੇ ਦਿਓ ਔਰੰਗਜ਼ੇਬ ਦੀ ਮਜ਼ਾਰ ਤੇ ਦੀਵਾ ਜਗਾਉਣਾ। ਮੈਂ ਫਤਿਹਗੜ੍ਹ ਸਾਹਿਬ ਤੁਸੀਂ ਜਾਓਗੇ, ਤਿਲ ਸੁੱਟਣ ਨੂੰ ਥਾਂ ਨਹੀਂ ਹੈਗੀ। ਤੂੰ ਮੇਰੇ ਬੱਚਿਆਂ ਨੂੰ ਕੋਹ ਕੇ ਮਾਰਿਆ, ਤੇਰਾ ਨਿਸ਼ਾਨ ਨਹੀਂ ਰਹੇਗਾ, ਔਰੰਗਜ਼ੇਬ ਆਖਿਆ ਸੀ। ਫੇਰ ਕੋਈ ਸੱਜਣ ਭੇਜ ਦਿੱਤੇ, ਜਿਵੇਂ ਵਿੱਚ ਵਿਚੋਲੇ ਹੁੰਦੇ ਨੇ, ਆ ਕੇ ਕਹਿੰਦੇ ਨਾ ਮਹਾਰਾਜ ਨੂੰ, ਮਹਾਰਾਜ ਸੁਲ੍ਹਾ ਕਰ ਲਓ, ਔਰੰਗਜ਼ੇਬ ਨਾਲ ਸੁਲ੍ਹਾ ਕਰ ਲਓ। ਸ਼ਰਤ ਕੀ ਹੋਊਗੀ? ਮਹਾਰਾਜ ਕਹਿੰਦੇ ਸ਼ਰਤ ਇਹ ਆ ਵੀ ਤੁਸੀਂ ਹਾਰ ਮੰਨ ਲਓ ਵੀ ਤੁਸੀਂ ਹਾਰ ਗਏ। ਕਿਉਂ ਹਾਰ ਗਏ? ਨਾ ਤੁਹਾਡੇ ਕੋਲ ਸਾਜੋ, ਨਾ ਕੋਈ ਸਾਜੋ ਸਮਾਨ ਰਿਹਾ, ਆਨੰਦਪੁਰ ਨਹੀਂ ਰਿਹਾ, ਨਾ ਬਾਜੋ, ਨਾ ਘੋੜਾ ਰਿਹਾ, ਨਾ ਬਾਜ ਰਿਹਾ, ਨਾ ਫੌਜੋ ਨਾ ਫਰਸ਼, ਨਾ ਸਿੰਘਾਸਨ ਰਿਹਾ, ਨਾ ਕਲਗੀ ਰਹੀ ਮੰਨ ਜੋ, ਨਾ ਫੌਜ ਰਹੀ। ਮੰਨ ਲਓ ਤੁਸੀਂ ਹਾਰ ਗਏ ਹੋ, ਮੰਨ ਲਓ। ਕਲਗੀਧਰ ਜੀ ਕਹਿੰਦੇ ਦੇਖੋ, ਹਾਰ ਹੋ ਜਾਣੀ ਹੋਰ ਗੱਲ ਆ, ਹਾਰ ਨੂੰ ਮੰਨ ਲੈਣਾ ਹੋਰ ਗੱਲ ਆ। ਮੰਨਦਾ ਮੇਰੇ ਕੋਲ ਘੋੜਾ ਨਹੀਂ ਰਿਹਾ, ਮੰਨਦਾ ਮੇਰੇ ਚਾਰ ਲਾਲ ਨਹੀਂ ਰਹੇ, ਮੰਨਦਾ ਹਾਂ, ਮੰਨਦਾ ਮੈਂ ਨਾ ਘੋੜਾ ਨਾ ਬਾਜ ਨਾ ਆਨੰਦਪੁਰ ਰਿਹਾ, ਪਰ ਖੁਦਾਵੰਦ ਬਖਸ਼ੰਦ ਇਹ ਐਸ਼ ਅਰਸ। ਜਿੰਨਾ ਸਮਾਂ ਮੇਰੇ ਦਿਲ ਦੇ ਵਿੱਚ ਖੁਦਾ ਦਾ ਵਾਸ ਆ, ਮੈਂ ਹਾਰ ਨਹੀਂ ਮੰਨ ਸਕਦਾ। ਤੇ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ, ਮੈਂ ਮੰਨਦਾ ਜੇ ਕੋਈ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਤੇ ਮਾਰੇ ਬਹੁਤ ਜ਼ੋਰ ਨਾਲ, ਸੋਨੇ ਦਾ ਪਿਆਲਾ ਟੁੱਟ ਜੂਗਾ, ਚਿਕਨਾ ਚੂਰ ਹੋ ਜੂ, ਮੰਨਦਾ ਮੈਂ ਸਵੀਕਾਰ ਕਰਦਾ। ਪਰ ਤੋੜ ਕੇ ਪੱਥਰ ਦੀ ਕੀਮਤ ਵਧੇਗੀ ਨਹੀਂ, ਟੁੱਟ ਕੇ ਸੋਨੇ ਦੇ ਪਿਆਲਿਆਂ ਦੀ ਕੀਮਤ ਘਟੇਗੀ ਨਹੀਂ। ਔਰੰਗਜ਼ੇਬ ਤੂੰ ਪੱਥਰ ਦਿਲ ਇਨਸਾਨ ਆ, ਤੂੰ ਮੇਰੇ ਬੱਚਿਆਂ ਨੂੰ ਕੋਹ ਕੇ ਮਾਰਿਆ, ਸਿੰਘਾਂ ਨੂੰ ਸ਼ਹੀਦ ਕੀਤਾ, 10 ਲੱਖ ਫੌਜ ਭੇਜਤੀ, 40 ਸਿੰਘਾਂ ਦੇ ਬਰਾਬਰ ਕੋਹ ਕੇ ਮਾਰਿਆ। ਤੂੰ ਪੱਥਰ ਦਿਲਾਂ, ਤੇਰੀ ਤੋੜ ਕੇ ਸਿੰਘਾਂ ਨੂੰ ਕੀਮਤ ਵਧੇਗੀ ਨਹੀਂ। ਮੇਰੇ ਲਾਲਾਂ ਦਾ ਰਹਿੰਦੀ ਦੁਨੀਆ ਤੱਕ ਨਾ ਰਹੇਗਾ। ਸੋਨੇ ਦੇ ਤੁਸੀਂ ਟੁਕੜੇ ਕਰ ਦੋ, ਕੀਮਤ ਜਿਉਂ ਕੀ ਤਿਉਂ ਰਹੇਗੀ। ਇਹ ਆਖਿਆ ਸੀ ਮਹਾਰਾਜ ਨੇ। ਸ਼ੁਕਰ ਅਕਾਲ ਕਾ ਕੀਆ ਤਬ ਉਠਾ ਕੇ ਸਰ, और अर्ज की बंदे पर कर कृपा की नजर। मुझ पर से आज तेरी इमानत अदा हुई है खुदा, बेटों की जान धर्म की खातर विदा हुई है खुदा। जो करना सी कलगीधर जी ने कर दिता, जो आख्या सी वो करके भी विखा दिता। सो ये साडा इतिहास है। सतगुरु जी साडे ते मेहरमत करन, किरपा करन। जिमें कलगीधर जी ने एक अमृत दे बाटे विच अमृत छका के सानू एक कीता सी ना, ये दिन मनाए शहीदां दे तां ही सफल आ। जे आपां अपनी हौमे छड्ड के एक होवांगे, नगर नू एक बनाओ, एकता रखो, भाईचारा बनाओ, गुरु तो प्यार लैके प्यार ही वंडो। अज साहिबजादियां दा दिन है, साहिबजादियां दा अज दिन है। सो सतगुरु जी किरपा करन साडे ते, प्रण करके जाइए आपदे आप दे नाल। जे कोई चंगा काम करूगा असीं उहदा साथ देवांगे, मोढे नाल मोढा जोड़ के तुरांगे, फिर ही गुरसिख प्यारिओ यह सफला। करतार की सौगंध है, नानक की कसम है, जितनी भी हो गोविंद की तारीफ वो कम है। हर चंद मेरे हाथ में पुरजोर कलम है, सतगुर के लिखूं बसफ कहाँ ताबे रकम है। इन्नियां क बेनतियां नूं करो परवान, भुल चुक दी खिमा। कलगीधर जी दे लालां दी शान बड़ी उच्ची है। साहिबजादियां दी माता हरशरण कौर जी दी, ਸਿੰਘਾਂ ਦੀ शान बहुत निराली है। सतगुरु जी किरपा करन, पढ़िया सुनिया इतिहास हिरदियां विच वस जावे। गुर शब्दां दी कमाई करके
ਗੁਰੂ ਤੋਂ ਪਿਆਰ ਲੈ ਕੇ ਪਿਆਰ ਹੀ ਵੰਡੀਏ, ਭਾਈਚਾਰਾ ਬਣਾਈਏ, ਨਗਰ ਵਿੱਚ ਥਵਾਕ ਰੱਖੀਏ, ਇਤਬਾਰ ਕਰੀਏ ਇੱਕ ਦੂਜੇ ਤੇ, ਇਹਦੇ ਵਿੱਚ ਹੀ ਸਭ ਦਾ ਭਲਾ ਹੈ। ਆਓ ਹੁਣ ਆਪਾਂ ਆਨੰਦ ਸਾਹਿਬ ਪੜ੍ਹ ਕੇ ਅਰਦਾਸ ਵਿੱਚ ਜੁੜੀਏ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਸਾਰਣਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੂਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿਟਹੁ। ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪਣੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ। ਕੋਈ ਨ ਜਾਣੈ ਅੰਤ ਚੇਤੇ ਊਚ। ਸਗਲ ਸਮਗਰ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਤੁਮਰੀ ਗਤ ਮੈਤ ਤੁਮਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨ।
ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ ਵਾਹਿਗੁਰੂ। ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਮਰਥਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਦੇ ਗੁਰੂ ਅਮਰਦਾਸ ਰਾਮਦਾਸ ਸਾਹਿਬ ਸਹਾਈ। ਅਰਜਨ ਹਰਿ ਗੋਬਿੰਦ ਨਾਮ ਸਿਮਰੋ। ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ। ਜਿਸ ਡਠਿਆਂ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਧਰ ਨੌ ਨਿਦਿਆ ਵਧਾਏ। ਸਭ ਥਾਈ ਹੁਣ ਜੀ ਸਹਾਈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੁਣ ਜੀ ਸਹਾਈ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ। ਧਰਤੀ ਖਾਲਸਾ ਜੀ ਸਾਹਿਬ ਬੋਲੋ ਜੀ। ਸ੍ਰੀ ਵਾਹਿਗੁਰੂ। ਦਸਾਂ ਪਾਤਸ਼ਾਹੀਆਂ ਦੇ ਗਿਆਨ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰਿਆਂ ਦਾ ਧਿਆਨ ਧਰਤੀ ਖਾਲਸਾ ਜੀ ਸਾਹਿਬ ਬੋਲੋ ਜੀ। ਸ੍ਰੀ ਵਾਹਿਗੁਰੂ। ਸਤਿਗੁਰਾਂ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ, 8 ਜਪੀਆਂ ਤਾਪੀਆਂ, ਜਿਨ੍ਹਾਂ ਕਰਾ ਨਾਮ ਜਪਿਆ ਵੰਡ ਕੇ ਸਕਿਆ। ਦੇਖ ਚਲਾਈ ਤੇ ਬਾਹੀ, ਦੇਖ ਸੁਣ ਕੇ ਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸ੍ਰੀ ਵਾਹਿਗੁਰੂ ਜੀ। ਜਿਨ੍ਹਾਂ ਸਿੱਖਾਂ ਸਿੱਖਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਤਰਵਾਈਆਂ, ਝਰਕੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਈ ਗਏ, ਮੁਖੋਂ ਸੀਨੀ ਉਚਾਰਿਆ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਵਾਹਿਗੁਰੂ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸ੍ਰੀ ਵਾਹਿਗੁਰੂ ਜੀ। ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਦਾਨ, ਬਵੇਕ ਦਾਨ, ਬਸਾਹੁ ਦਾਨ, ਭਰੋਸਾ ਦਾਨ, ਦਾਨਾ ਸਰਦਾ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਸਨਾਨ। ਚੌਂਕੀਆਂ ਝੰਡੇ ਗੂੰਗੇ, ਜੁਗੋ ਜੁਗ ਅਟਲ ਧਰਮ ਕਾ ਰਾਜ। ਧਰਮ ਕਾ ਜੈ ਜੈਕਾਰ ਹੋਵੇ, ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸ੍ਰੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪੱਤ ਦੇ ਰਾਖਿਆ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ। ਖੁੱਲੇ ਦਰਸ਼ਨ ਤੇ ਸੇਵਾ ਸੰਭਾਲ ਦਾ ਦਾਨ। ਸਮੂਹ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਉਟਿਆਂ ਦੀ ਓਟ ਸਤਿਗੁਰੂ, ਗਰੀਬ ਨਵਾਜ। ਧੰਨ ਧੰਨ ਅੰਤਰਜਾਮੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ। ਸੱਚੇ ਪਾਤਸ਼ਾਹ ਜੀਓ, ਗੁਰੂ ਜੀ ਆਪ ਜੀ ਦੀ ਗੁਰਬਾਣੀ ਦਾ ਪ੍ਰਮਾਣ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਸਾਡੇ ਆਸ, ਹੋ ਸਭਨਾ ਕੀ ਰੇਣੁਕਾ, तो आओ हमारे पास, जो कहो प्रेम खिलन का चाओ, सरतर तली गली मेरी आओ, पित मार्ग पैर करीजै, सर दीजै कान न कीजै, दी महाभक्ता अनुसार। गुरु जी साहिब कमाल साहिब श्री गुरु गोबिंद सिंह साहिब जी महाराज जी दे पूजनीक माता माता गुजर कौर जी, बड़े साहिबजादे छोटे साहिबजादे मोती राम महरा जी, चमकौर साहिब जी दी कच्ची गढ़ी दे समूह शहीद सिंघां दी जात नूं समर्पित समूह नगर निवासी संगतां वल्लों रल मिल के परसों रोज तो लै करके
ਆਪ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਗੰਗਾ ਸਾਗਰ ਸਾਹਿਬ ਜੀ ਪਾਤਸ਼ਾਹੀ 10ਵੇਂ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅਖੰਡ ਜਾਪ ਪ੍ਰਾਰੰਭ ਕਰਵਾਏ ਗਏ ਸਨ। ਗੁਰੂ ਜੀ ਜਿਨ੍ਹਾਂ ਦੀ ਆਪ ਜੀ ਦੀ ਕਿਰਪਾ ਦਾ ਸਦਕਾ ਬੀਬੀਆਂ ਵੱਲੋਂ ਸੱਚੇ ਪਾਤਸ਼ਾਹ ਜੀ ਸੁਖਮਨੀ ਸਾਹਿਬ ਜੀ ਦੇ ਗੁਰਬਾਣੀ ਦੇ ਜਾਪ ਕੀਤੇ ਗਏ ਨੇ। ਗੁਰਬਾਣੀ ਪੜ੍ਹਦੇ ਹਨ। ਆਪ ਜੀ ਦੀਆਂ ਸੰਗਤਾਂ ਵੱਲੋਂ 3 ਦਿਨ ਤੋਂ ਲੈ ਕਰਕੇ ਆਪ ਜੀ ਦੇ ਪਾਵਨ ਦਰਬਾਰ ਦੀ ਲੰਗਰਾਂ ਦੀ ਸੇਵਾ ਕੀਤੀ ਹੈ। ਗੁਰੂ ਜੀ ਗੁਰਬਾਣੀ ਪੜ੍ਹਦੇ ਆ, ਪਾਵਨ ਦਰਬਾਰ ਦੀ ਲੰਗਰਾਂ ਦੀ ਸੇਵਾ ਕਰਦੇ ਆ। ਮਾਈ ਭਾਈ ਸਭ ਨਗਰ ਨਿਵਾਸੀ ਸੰਗਤਾਂ ਤੋਂ ਕਈ ਤਰ੍ਹਾਂ ਦੀਆਂ ਭੁੱਲਾਂ ਹੋਈਆਂ ਕਿਰਪਾ ਕਰਨੀ, ਅਣਜਾਣ ਬੱਚੇ ਸਮਝ ਕੇ ਮਾਫ ਕਰਨਾ, ਖਿਨ ਖਿਨ ਭੁੱਲਣਹਾਰਾ ਆਪ ਬਖਸ਼ਣਹਾਰੇ ਉਹ ਬਖਸ਼ਿੰਦ ਪਿਤਾਓ, ਕਿਰਪਾ ਕਰੋ ਦੀਨ ਕੀ ਦਾਤੇ, ਮੇਰਾ ਸੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੂਪੈ ਸੁਆਮੀ, ਮਾਨਸ ਕੀ ਗਤੇ ਹੀ। ਗੁਰੂ ਜੀ ਕਿਰਪਾ ਕਰਨੀ, ਗੁਰਬਾਣੀ ਪੜ੍ਹੀ ਸੁਣੀ, ਸੇਵਾ ਕੀਤੀ, ਸੱਚਖੰਡ ਵਿਖੇ ਪ੍ਰਵਾਨ ਕਰਨੀ, ਗੁਰਬਾਣੀ ਪੜ੍ਹੀ ਸੁਣੀ ਦਾ ਭਾਵ, ਸੇਵਾ ਕੀਤੀ ਦਾ ਭਾਵ, ਦਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਪ ਜੀ ਨੇ ਕਿਰਪਾ ਕਰਨੀ, ਨਗਰਾਂ ਖੇੜਿਆਂ ਵਿੱਚ ਸੁਖ ਸ਼ਾਂਤੀਆਂ ਵਰਤਾਉਣੀਆਂ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੰਗਤਾਂ ਦੇ ਵਿੱਚ ਮੇਲ ਜੋਲ ਥਵਾਰ ਆਪ ਦੇ ਬਲ ਬਖਸ਼ਣੇ, ਸੰਗਤਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਮਿਹਨਤ ਤਰੱਕੀ ਕਰਾਉਣ ਦੀ ਬਲ ਬੁੱਧੀ ਸਮਰੱਥਾ ਤਾਕਤ ਬਖਸ਼ਣੀ। ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀਆਂ ਸੰਗਤਾਂ ਵੱਲੋਂ 3 ਦਿਨ ਤੋਂ ਲੈ ਕੇ ਰਸਤਾ ਕਰਕੇ ਦੁੱਧ ਦੀ ਸੇਵਾ ਕੀਤੀ ਹੈ। ਸੱਚੇ ਪਾਤਸ਼ਾਹ ਜੀ ਉਹ ਸਭ ਦੀਆਂ ਮਨੋ ਭਾਵਨਾਵਾਂ ਸੰਪੂਰਨ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਕਾਂ ਭ੍ਰਿਸ਼ਟਾਂ ਦਰਿਦਰਾਂ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਸੁੱਖਾਂ ਦਾ ਪ੍ਰਵੇਸ਼ ਕਰਨਾ, ਆਪਣੇ ਘਰੋਂ ਮਨੋਕਾਮਨਾ ਸਿੱਖੀ ਭਰੋਸਾ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਣੀਆਂ। ਸ਼ਹੀਦੋ ਸਿੰਘੋ ਆਪ ਜੀ ਨੇ ਕਿਰਪਾ ਕਰਨੀ, ਜਿਨ੍ਹਾਂ ਭਾਵਨਾ ਨੂੰ ਮੁੱਖ ਰੱਖਦੇ ਆ ਸੰਗਤਾਂ ਵੱਲੋਂ ਆਪ ਜੀ ਦੇ ਓਟ ਆਸਰੇ ਤੱਕੇ ਗਏ ਨੇ। ਸੋਈ ਭਾਵਨਾਵਾਂ ਸੰਪੂਰਨ ਕਰਨੀਆਂ, ਇਸੇ ਹੀ ਭਾਵਨਾ ਨੂੰ ਮੁੱਖ ਰੱਖਦੇ ਆ ਆਪ ਜੀ ਨੂੰ ਸੁੰਦਰ ਪੈਸਾ ਕੇ ਅਤੇ ਬੇਅੰਤ ਮਾਇਆ ਭੇਟਾ ਕੀਤੀ ਗਈ ਹੈ। ਰਮਾਲੇ ਅੰਗੀਕਾਰ ਕਰਨੇ, ਮਾਇਆ ਖਜ਼ਾਨੇ ਵਿੱਚ ਹਾਜ਼ਰੀਆਂ ਲਗਵਾਉਣੀਆਂ, ਸੇਵਕਾਂ ਦੇ ਸੰਗਤਾਂ ਦੇ ਲੋਕ ਪਰਲੋਕ ਦੇ ਵਿੱਚ ਪਰਦੇ ਕੱਢਣੇ। ਗੁਰੂ ਜੀ ਇਸੇ ਹੀ ਭਾਵਨਾ ਨੂੰ ਮੁੱਖ ਰੱਖਦੇ ਆ ਸੰਗਤਾਂ ਵੱਲੋਂ ਆਪ ਜੀ ਦੇ ਪਾਵਨ ਦਰਬਾਰ ਦੇ ਵਿੱਚ ਉੱਤਮ ਕੜਾਹ ਪ੍ਰਸਾਦ ਦੀਆਂ ਦੇਗਾਂ ਸਜ ਕੇ ਹਾਜ਼ਰ ਹੋਈਆਂ ਹਨ। ਦੇਗ ਸਜਾਉਂਦਿਆਂ ਸੇਵਾਦਾਰਾਂ ਪਾਸੋਂ ਹੋਈਆਂ ਸੁਖੋਂ ਭੁੱਲਾਂ ਦੀਆਂ ਖਿਮਾ ਬਖਸ਼ਣੀਆਂ, ਅੱਗੇ ਤੋਂ ਸੁਭ ਸੇਵਾ ਕਰਵਾ ਲੈਣੀ। ਅਨੇਕ ਪ੍ਰਕਾਰ ਭੋਜਨ ਵਾਉ ਕੀਏ, ਬਹੁ ਵਿੰਜਨ ਮਸਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ। ਲੱਗਿਆ ਭੋਗ ਸੰਗਤਾਂ ਦੇ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਸਕੇ ਸੋ ਅੱਠੇ ਹੀ ਪਹਿਰ ਆਪ ਜੀ ਦਾ ਪਵਿੱਤਰ ਸਤਨਾਮ ਵਾਹਿਗੁਰੂ ਦਾ ਜਾਪ ਜਪੇ ਕਰੋ ਕਿਰਪਾ ਜੀ। ਦਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, 10ਵੀਂ ਭੇਟਾ ਤਲ ਫੁੱਲ ਆਇਆ ਸਭ ਦਾ ਪ੍ਰਵਾਨ ਕਰਨਾ ਕਰੋ ਕਿਰਪਾ। ਦਰਾਈਆਂ ਸੰਗਤਾਂ ਨੂੰ ਅਲਾਹੀ ਹੁਕਮਨਾਮੇ ਬਖਸ਼ੋ, ਹੁਕਮਨਾਮਿਆਂ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲੋ ਚਾਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਆਕੀ ਰਹਿਣਾ ਖੁਆਰ ਹੋਏ ਸਭ ਮਿਲੈਂਗੇ, ਬਚੇ ਸ਼ਰਨ ਜੋ ਵਾਹਿਗੁਰੂ
ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਨ, ਨਾਗ ਨਿਵਾਸਾਂ ਦੇ ਰਹਿਣਾ, ਸੂਰ ਸਰਾਹੀ ਖੰਜਰ ਪਿਆਲਾ, ਪਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਵਾਹੋ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ, ਮਨ ਸਗਲ ਸਿਆਣਪ ਰਹੀ, ਕਰਨ ਕਰਾਵਣ ਹਾਰ ਸੁਆਮੀ, ਨਾਨਕ ਓਟ ਗਹੀ। ਮਨ ਸਗਲ ਸਿਆਣਪ ਰਹੀ, ਕਰਨ ਕਰਾਵਣ ਹਾਰ ਸੁਆਮੀ, ਨਾਨਕ ਓਟ ਗਹੀ। ਰਹਾਉ ਆਪ ਮੇਟ ਪਏ ਸਰਣਾਈ, ਏ ਮਤ ਸਾਧੂ ਕਹੀ, ਪ੍ਰਭ ਕੀ ਆਗਿਆ ਮਾਨ ਸੁਖ ਪਾਇਆ, ਭਰਮ ਅੰਧੇਰਾ ਲਹੀ। ਜਾਨ ਪ੍ਰਵੀਨ ਸੁਆਮੀ ਪ੍ਰਭ ਮੇਰੇ, ਸ਼ਰਨ ਤੁਮਾਰੀ ਯਹੀ। ਖਿਨ ਮੈਂ ਥਾਪੋ ਥਾਪਣ ਹਾਰੇ, ਕੁਦਰਤ ਕੀਮ ਨਾ ਪਹੀ। ਜਾਨ ਪ੍ਰਵੀਨ ਸੁਆਮੀ ਪ੍ਰਭ ਮੇਰੇ, ਸ਼ਰਨ ਤੁਮਾਰੀ ਯਹੀ। ਖਿਨ ਮੈਂ ਥਾਪ ਥਾਪਣ ਹਾਰੇ, ਕੁਦਰਤ ਕੀਮ ਨਾ ਪਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਗਰ ਨਿਵਾਸੀ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਸੇਵਾ ਸੁਸਾਇਟੀ ਵਾਲੀਆਂ ਬੀਬੀਆਂ ਵੱਲੋਂ ਤੇ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਪਰਸੋਂ ਰੋਜ਼ ਤੋਂ ਲੈ ਕੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਪਾਵਨ ਸਥਾਨ ਗੁਰਦੁਆਰਾ ਗੰਗਾ ਸਾਗਰ ਸਾਹਿਬ ਜੀ ਵਿਖੇ ਸਮਾਗਮ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਅਖੰਡ ਜਾਪ ਪ੍ਰਕਾਸ਼ ਕਰਵਾਏ ਗਏ ਸਨ।